दोस्तों स्वागत है ਤੁਹਾਡੇ ਆਪਣੇ YouTube ਚੈਨਲ ਸਟੱਡੀ IQ ਇਨ ਗਗਨ ਮਹਿਰਾ ਆਫੀਸ਼ੀਅਲ YouTube ਚੈਨਲ ਤੇ। ਤਾਂ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਪੰਜਾਬ ਜੀਕੇ ਦੀ ਕਲਾਸ 19 ਸ਼ੁਰੂ ਕਰਨ ਜਾ ਰਹੇ ਹਾਂ। ਇਸ ਕਲਾਸ ਦੇ ਵਿੱਚ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਠੀਕ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਟੌਪਿਕ ਨੂੰ ਆਪਾਂ ਕਲੀਅਰ ਕਰਾਂਗੇ। ਠੀਕ ਹੈ, ਜੇਕਰ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਆਪਾਂ ਨੇ ਗੁਰੂ ਸਿੱਖ ਰਿਲੇਟਡ ਮਤਲਬ ਕਿ ਜਿਹੜੇ ਆਪਣੇ 10 ਗੁਰੂ ਹੋਏ ਨੇ ਉਹਨਾਂ ਦੇ ਰਿਲੇਟਡ ਪਹਿਲਾਂ ਤਾਂ ਆਪਾਂ ਨੇ ਉਹਨਾਂ ਦੇ ਥਿਊਰੀ ਕਵਰ ਕੀਤੀ ਹੈ ਤੇ ਉਸ ਤੋਂ ਬਾਅਦ ਉਹਨਾਂ ਦੇ ਰਿਲੇਟਡ ਜਿੰਨੇ ਵੀ ਮੋਸਟ ਇੰਪੋਰਟੈਂਟ MCQs ਕੁਐਸਚਨਸ ਬਣਦੇ ਦੀ ਆਪਾਂ ਨੇ ਉਹ ਕਵਰ ਕੀਤੇ ਨੇ। ਦੋਸਤੋ ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਤੁਸੀਂ ਮੇਰੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਉਹ ਸਾਰੀਆਂ ਕਲਾਸਿਸ ਦੇਖ ਸਕਦੇ ਹੋ। ਠੀਕ ਹੈ, ਤਾਂ ਅੱਜ ਦੇ ਟੌਪਿਕ ਦੇ ਵਿੱਚ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਟੌਪਿਕ ਨੂੰ ਕਵਰ ਕਰਾਂਗੇ। ਇਸ ਦੇ ਵਿੱਚ ਕੀ ਹੈ, ਇਸ ਦੇ ਵਿੱਚ ਪਹਿਲਾਂ ਆਪਾਂ ਥਿਊਰੀ ਕਵਰ ਕਰਾਂਗੇ ਕਿ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਕੀ ਕੁਝ ਕੀਤਾ, ਕਿਹੜੀਆਂ ਲੜਾਈਆਂ ਕੀਤੀਆਂ ਤੇ ਉਹਨਾਂ ਦਾ ਨਾਮ ਬੰਦਾ ਸਿੰਘ ਬਹਾਦਰ ਕਿਵੇਂ ਪਿਆ। ਠੀਕ ਹੈ, ਤੇ ਅਗਲੀ ਕਲਾਸ ਦੇ ਵਿੱਚ ਹੀ ਆਪਾਂ ਇਸ ਦੇ ਨਾਲ ਜਿੰਨੇ ਵੀ ਆਪਣੇ ਮੋਸਟ ਇੰਪੋਰਟੈਂਟ ਕੁਐਸਚਨਸ ਬਣਦੇ ਨੇ ਆਪਾਂ ਉਹ ਵੀ ਨਾਲ ਦੀ ਨਾਲ ਕਵਰ ਕਰਾਂਗੇ। ਤਾਂ ਦੋਸਤੋ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਚਲੋ ਅੱਜ ਦੀ ਕਲਾਸ ਆਪਾਂ ਸ਼ੁਰੂ ਕਰਦੇ ਹਾਂ। ਤਾਂ ਅੱਜ ਦਾ ਆਪਣਾ ਟੌਪਿਕ ਹੈ ਬਾਬਾ ਬੰਦਾ ਸਿੰਘ ਬਹਾਦਰ। ਤਾਂ ਜੇਕਰ ਗੱਲ ਕੀਤੀ ਜਾਵੇ ਬਾਬਾ ਬੰਦਾ ਸਿੰਘ ਬਹਾਦਰ ਦੀ ਤਾਂ ਉਹਨਾਂ ਦਾ ਜਿਹੜਾ ਜਨਮ ਹੋਇਆ ਸੀ ਉਹ ਹੋਇਆ ਸੀ 27 ਅਕਤੂਬਰ। ਅਲੱਗ-ਅਲੱਗ ਕਿਤਾਬਾਂ ਦੇ ਵਿੱਚ ਅਲੱਗ-ਅਲੱਗ ਮਤ ਦਿੱਤੇ ਗਏ ਨੇ। ਕਈ ਕਿਤਾਬਾਂ ਦੇ ਵਿੱਚ ਤਾਂ 27 ਅਕਤੂਬਰ ਦਿੱਤਾ ਗਿਆ ਹੈ ਤੇ ਕਈ ਕਿਤਾਬਾਂ ਦੇ ਵਿੱਚ 27 ਦਸੰਬਰ ਦਿੱਤਾ ਗਿਆ ਹੈ। ਤਾਂ ਤੁਸੀਂ ਇਹਨਾਂ ਦੋਨਾਂ ਦੇ ਵਿੱਚ ਕਨਫਿਊਜ਼ ਨਹੀਂ ਹੋਣਾ, ਜਿਹੜੀ ਵੀ ਤੁਹਾਨੂੰ ਐਗਜ਼ਾਮ ਦੇ ਵਿੱਚ ਆਉਂਦੀ ਹੈ ਕੁਐਸਚਨ ਦੇ ਤੁਸੀਂ ਉਹ ਟਿਕ ਕਰ ਸਕਦੇ ਹੋ। ਠੀਕ ਹੈ, ਤਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਸੀ ਜਿਹੜਾ ਉਹ 1670 ਨੂੰ ਹੋਇਆ ਸੀ ਜੰਮੂ ਕਸ਼ਮੀਰ ਦੇ ਰਾਜੌਰੀ ਪੁੰਛ ਵਿੱਚ। ਜੰਮੂ ਕਸ਼ਮੀਰ ਦੇ ਰਾਜੌਰੀ ਪੁੰਛ ਵਿੱਚ ਕੀ ਸੀ ਉਹਨਾਂ ਦਾ ਜਨਮ ਹੋਇਆ ਸੀ। ਕਦੋਂ ਹੋਇਆ ਸੀ? 1670 ਦੇ ਵਿੱਚ। ਬਚਪਨ ਦੇ ਨਾਮ ਦੀ ਗੱਲ ਕੀਤੀ ਜਾਵੇ ਤਾਂ ਲక్ష్మణ ਦੇਵ ਉਹਨਾਂ ਦੇ ਬਚਪਨ ਦਾ ਨਾਮ ਹੈ। ਠੀਕ ਹੈ, ਲక్ష్మణ ਦੇਵ ਵੀ ਕਹਿ ਦਿੰਦੇ ਨੇ ਤੇ ਲక్ష్మణ ਦਾਸ ਵੀ ਕਹਿ ਦਿੰਦੇ ਨੇ। ਠੀਕ ਹੈ, ਜਾਂ ਐਗਜ਼ਾਮ ਦੇ ਵਿੱਚ ਸਿੱਧਾ ਕੁਐਸਚਨ ਪੁੱਛ ਲੈਂਦੇ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਬਚਪਨ ਦਾ ਨਾਮ ਕੀ ਸੀ, ਤਾਂ ਤੁਹਾਡਾ ਆਨਸਰ ਰਹੇਗਾ ਲక్ష్మణ ਦੇਵ ਜਾਂ ਲక్ష్మణ ਦਾਸ। ਠੀਕ ਹੈ, ਹੋਰ ਕਿਸ ਨਾਮ ਨਾਲ ਸੰਬੋਧਿਤ ਕੀਤਾ ਗਿਆ ਸੀ ਉਹਨਾਂ ਨੂੰ? ਹੋਰ ਇੱਕ ਮਾਧੋ ਦਾਸ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਠੀਕ ਹੈ, ਮਾਧੋ ਦਾਸ ਬੈਰਾਗੀ ਤੇ ਬੰਦਾ ਬੈਰਾਗੀ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਠੀਕ ਹੈ, ਉਹਨਾਂ ਦੇ ਪਿਤਾ ਕੌਣ ਸੀ? ਤਾਂ ਉਹਨਾਂ ਦੇ ਪਿਤਾ ਇੱਕ ਕਿਸਾਨ ਸੀ ਜਿਨ੍ਹਾਂ ਦਾ ਨਾਮ ਕੀ ਸੀ? ਰਾਮਦੇਵ। ਠੀਕ ਹੈ, ਰਾਮਦੇਵ ਉਹਨਾਂ ਦੇ ਪਿਤਾ ਸੀ ਤੇ ਕਿਹੜੀ ਜਾਤੀ ਨਾਲ ਸੰਬੰਧਿਤ ਸੀ ਉਹ ਡੋਗਰਾ ਰਾਜਪੂਤ ਜਾਤੀ ਨਾਲ ਸੰਬੰਧ ਰੱਖਦੇ ਸੀ। ਅੱਗੇ ਗੱਲ ਕੀਤੀ ਜਾਵੇ ਉਹਨਾਂ ਦੀ ਪਤਨੀ ਦੀ ਤਾਂ ਉਹਨਾਂ ਦੀ ਪਤਨੀ ਸੁਸ਼ੀਲ ਕੰਵਰ ਕੌਣ ਸੀ? ਉਹ ਸੀ ਚੰਬਾ ਦੀ ਰਾਜਕੁਮਾਰੀ। ਠੀਕ ਹੈ, ਚੰਬਾ ਦੀ ਰਾਜਕੁਮਾਰੀ ਸੀ ਕੌਣ? ਸੁਸ਼ੀਲ ਕੰਵਰ। ਜਦੋਂ ਉਹਨਾਂ ਦਾ ਵਿਆਹ ਹੋ ਗਿਆ ਕਿਸ ਨਾਲ? ਬੰਦਾ ਸਿੰਘ ਬਹਾਦਰ ਨਾਲ, ਤਾਂ ਉਹਨਾਂ ਦੇ ਨਾਮ ਦੇ ਪਿੱਛੇ ਕੀ ਲੱਗ ਗਿਆ? ਤਾਂ ਕੌਰ ਲੱਗ ਗਿਆ। ਠੀਕ ਹੈ, ਕਈ ਕਿਤਾਬਾਂ ਦੇ ਵਿੱਚ ਸਾਹਿਬ ਕੌਰ ਦਾ ਮਤ ਵੀ ਦਿੱਤਾ ਗਿਆ, ਸਾਹਿਬ ਕੌਰ ਦੇ ਨਾਮ ਨਾਲ ਵੀ ਸੰਬੋਧਿਤ ਕੀਤਾ ਗਿਆ ਇਹਨਾਂ ਨੂੰ। ਠੀਕ ਹੈ, ਤਾਂ ਮੇਨ ਆਪਣਾ ਨਾਮ ਕੀ ਸੀ? ਸੁਸ਼ੀਲ ਕੌਰ ਉਹਨਾਂ ਦੀ ਪਤਨੀ ਦਾ ਨਾਮ ਸੀ। ਕੌਣ ਸੀ ਉਹ? ਚੰਬਾ ਦੀ ਰਾਜਕੁਮਾਰੀ ਸੀ। ਠੀਕ ਹੈ, ਤੇ ਉਹਨਾਂ ਦੇ ਅੱਗੇ ਬੱਚੇ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਇੱਕ ਹੀ ਪੁੱਤਰ ਸੀ ਜਿਸ ਦਾ ਨਾਮ ਕੀ ਸੀ? ਅਜੇ ਸਿੰਘ ਕੀ ਸੀ ਉਹਨਾਂ ਦਾ ਪੁੱਤਰ ਸੀ। ਤਾਂ ਅੱਗੇ ਦੇਖਦੇ ਹਾਂ, ਅੱਗੇ ਬੰਦਾ ਸਿੰਘ ਬਹਾਦਰ ਨੇ ਕਿਹੜੇ ਗੁਰੂ ਧਿਆਏ ਸੀ, ਕੌਣ ਉਹਨਾਂ ਦੇ ਗੁਰੂ ਰਹੇ ਸੀ? ਤਾਂ ਸਭ ਤੋਂ ਪਹਿਲਾਂ ਉਹ ਮਿਲੇ ਸੀ ਜਾਨਕੀ ਦਾਸ ਨੂੰ। ਠੀਕ ਹੈ, ਜਾਨਕੀ ਦਾਸ ਉਹਨਾਂ ਦੇ ਗੁਰੂ ਰਹੇ ਨੇ। ਫਿਰ ਉਸ ਤੋਂ ਬਾਅਦ ਔਰੰਗਨਾਥ ਰਹੇ ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਕੀ ਗੁਰੂ ਬਣੇ। ਠੀਕ ਹੈ, ਉਹਨਾਂ ਦੇ ਟੋਟਲ 3 ਗੁਰੂ ਸੀ। ਇਹ ਵੀ ਤੁਸੀਂ ਯਾਦ ਰੱਖਣਾ, ਐਗਜ਼ਾਮ ਦੇ ਵਿੱਚ ਕਾਫੀ ਇੰਪੋਰਟੈਂਟ ਦੇਖਣ ਨੂੰ ਮਿਲਿਆ ਹੈ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਘਰ-ਬਾਰ ਛੱਡਣ ਤੋਂ ਬੈਰਾਗੀ ਬਣਨ ਦੇ ਕਾਰਨ, ਮਤਲਬ ਕਿ ਜਦੋਂ ਉਹਨਾਂ ਨੇ ਘਰ-ਬਾਰ ਛੱਡਿਆ ਸੀ ਬੰਦਾ ਸਿੰਘ ਬਹਾਦਰ ਨੇ ਤੇ ਬੈਰਾਗੀ ਬਣਿਆ ਸੀ, ਉਹ ਕਿਉਂ ਬਣਿਆ ਸੀ, ਉਸਦੇ ਕੀ ਕਾਰਨ ਸੀ? ਤਾਂ ਕਈ ਕਿਤਾਬਾਂ ਦੇ ਵਿੱਚ ਅਲੱਗ-ਅਲੱਗ ਮਤਭੇਦ ਦਿੱਤੇ ਗਏ ਨੇ, ਬਟ ਜੋ ਮੇਨ ਮਤਭੇਦ ਹੈ ਮੇਰੇ ਹਿਸਾਬ ਨਾਲ ਕਿ ਉਹਨਾਂ ਨੇ ਜਦੋਂ ਕੋਈ ਸ਼ਿਕਾਰ ਕਰਨ ਗਏ ਸੀ ਉਸ ਟਾਈਮ ਉਹਨਾਂ ਨੇ ਕੀ ਹੋਇਆ, ਉਹਨਾਂ ਨੇ ਇੱਕ ਹਿਰਨੀ ਦਾ ਸ਼ਿਕਾਰ ਕੀਤਾ ਸੀ। ਹਿਰਨੀ ਦਾ ਸ਼ਿਕਾਰ ਕਰਨ ਟਾਈਮ ਜਦੋਂ ਉਸ ਟਾਈਮ ਕੀ ਸੀ, ਹਿਰਨੀ ਸੀ ਜਿਹੜੀ ਉਹ ਗਰਭਵਤੀ ਸੀ। ਜਦੋਂ ਉਹਨਾਂ ਨੇ ਉਸਨੂੰ ਹਿਰਨੀ ਨੂੰ ਤੜਫਦੇ ਦੇਖਿਆ ਤਾਂ ਉਸ ਤੋਂ ਬਾਅਦ ਉਸਨੇ ਕੀ ਕੀਤਾ, ਘਰ-ਬਾਰ ਦਾ ਸਾਰਾ ਤਿਆਗ ਕਰ ਦਿੱਤਾ ਤੇ ਬੈਰਾਗੀ ਬਣ ਗਿਆ ਸੀ। ਠੀਕ ਹੈ, ਇਸ ਦਾ ਇਹ ਮੇਨ ਕਾਰਨ ਸੀ ਜਿਹੜਾ ਬੈਰਾਗੀ ਬਣਨ ਦੇ ਪਿੱਛੇ ਰਿਹਾ ਹੈ। ਠੀਕ ਹੈ, ਉਸ ਤੋਂ ਬਾਅਦ ਦੇਖਦੇ ਆਪਾਂ ਸਭ ਤੋਂ ਪਹਿਲਾਂ ਬੈਰਾਗੀ ਜਾਨਕੀ ਪ੍ਰਸਾਦ ਨੂੰ ਮਿਲੇ। ਠੀਕ ਹੈ, ਜਾਨਕੀ ਪ੍ਰਸਾਦ ਕੌਣ ਸੀ? ਉਹ ਪਹਿਲੇ ਗੁਰੂ ਸੀ ਕਿਸ ਦੇ? ਬੰਦਾ ਸਿੰਘ ਬਹਾਦਰ ਦੇ। ਠੀਕ ਹੈ, ਜਾਨਕੀ ਪ੍ਰਸਾਦ ਨੂੰ ਮਿਲੇ, ਉਹਨਾਂ ਦਾ ਨਾਮ ਕੀ ਰੱਖਿਆ ਗਿਆ? ਮਾਧੋ ਦਾਸ ਰੱਖਿਆ ਗਿਆ। ਕਿਸ ਦੁਆਰਾ ਰੱਖਿਆ ਗਿਆ ਸੀ ਮਾਧੋ ਦਾਸ? ਜਾਨਕੀ ਪ੍ਰਸਾਦ ਦੁਆਰਾ ਰੱਖਿਆ ਗਿਆ ਸੀ ਮਾਧੋ ਦਾਸ। ਠੀਕ ਹੈ, ਫਿਰ ਉਹ ਕਿਹਨਾਂ ਕੋਲ ਗਏ? ਫਿਰ ਉਹ ਉਹਨਾਂ ਓਂਕਾਰਨਾਥ ਨੂੰ। ਠੀਕ ਹੈ, ਓਂਕਾਰਨਾਥ ਨੂੰ ਮਿਲੇ ਜਿਨ੍ਹਾਂ ਤੋਂ ਉਸਨੇ ਕੀ ਸਿੱਖਿਆ ਸੀ? ਯੋਗ ਸਿੱਖਿਆ ਸੀ। ਠੀਕ ਹੈ, ਓਂਕਾਰਨਾਥ ਤੋਂ। ਤਾਂ ਕਈ ਵਾਰ ਐਗਜ਼ਾਮ ਦੇ ਵਿੱਚ ਪੁੱਛ ਲੈਂਦੇ ਨੇ ਕਿ ਯੋਗ ਸਿੱਖਿਆ ਸੀ ਜਿਹੜੀ ਉਹ ਕਿਸ ਤੋਂ ਪ੍ਰਾਪਤ ਕੀਤੀ ਸੀ ਬੰਦਾ ਸਿੰਘ ਬਹਾਦਰ ਨੇ? ਤਾਂ ਉਹ ਕੀਤੀ ਸੀ ਓਂਕਾਰਨਾਥ ਤੋਂ ਪ੍ਰਾਪਤ ਕੀਤੀ ਸੀ। ਉਸ ਤੋਂ ਬਾਅਦ ਦੇਖਦੇ ਹਾਂ ਤਾਂ ਗੁਰੂ ਓਂਕਾਰਨਾਥ ਦੀ ਮੌਤ ਤੋਂ ਬਾਅਦ
ਨਾਂਦੇੜ ਦੇ ਵਿੱਚ ਗੋਦਾਵਰੀ ਦੇ ਕਿਨਾਰੇ ਆਪਣਾ ਆਸ਼ਰਮ ਬਣਾ ਲਿਆ ਸੀ। ਮਤਲਬ ਕਿ ਜਦੋਂ ਓਂਕਾਰਨਾਥ ਦੀ ਮੌਤ ਹੋ ਗਈ ਤਾਂ ਉਸ ਤੋਂ ਬਾਅਦ ਕੀ ਹੋਇਆ, ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਨਾਂਦੇੜ ਦੇ ਵਿੱਚ ਜਿਹੜੀ ਸਥਿਤ ਗੋਦਾਵਰੀ ਨਦੀ ਹੈ ਉਸ ਦੇ ਕਿਨਾਰੇ ਤੇ ਕੀ ਸੀ, ਆਪਣਾ ਆਸ਼ਰਮ ਸਥਾਪਿਤ ਕਰ ਲਿਆ ਸੀ। ਉਸ ਆਸ਼ਰਮ ਦੇ ਵਿੱਚ ਹੀ 1708 ਦੇ ਵਿੱਚ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਉਹਨਾਂ ਨੂੰ ਮਿਲਣ ਆਏ ਸੀ। ਠੀਕ ਹੈ, ਕਿਉਂ ਜਿਹੜਾ ਆਪਣਾ ਗੁਰੂ ਗੋਬਿੰਦ ਸਿੰਘ ਜੀ ਦਾ ਮੈਂ ਪਿਛਲਾ ਟੌਪਿਕ ਸੀ ਉਹ ਮੈਂ ਤੁਹਾਨੂੰ ਕਵਰ ਕਰਵਾ ਦਿੱਤਾ ਸੀ, ਉਹ ਨਾਂਦੇੜ ਕਿਉਂ ਗਏ ਸੀ। ਠੀਕ ਹੈ, ਉੱਥੇ ਜਾ ਕੇ ਹੀ ਨਾਂਦੇੜ ਦੇ ਵਿੱਚ ਜਾ ਕੇ ਹੀ ਉਹਨਾਂ ਦੀ ਕਿਸੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਮੁਲਾਕਾਤ ਹੁੰਦੀ ਹੈ, ਕਿਹਨਾਂ ਦੀ, ਬੰਦਾ ਸਿੰਘ ਬਹਾਦਰ ਦੀ। ਠੀਕ ਹੈ, ਕਦੋਂ ਹੁੰਦੀ ਹੈ, 1708 ਦੇ ਵਿੱਚ। ਤਾਂ ਉਸ ਟਾਈਮ ਕੀ ਹੋਇਆ, ਉਸ ਟਾਈਮ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਧੋ ਦਾਸ ਦੇ ਵਿਚਕਾਰ ਵਾਰਤਾਲਾਪ ਹੁੰਦੀ ਹੈ, ਗੱਲਬਾਤ ਹੁੰਦੀ ਹੈ ਅਤੇ ਕੀ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਦੁਆਰਾ ਉਹਨਾਂ ਨੂੰ ਕੀ ਹੈ, ਅੰਮ੍ਰਿਤ ਛਕਾਇਆ ਜਾਂਦਾ ਹੈ ਤੇ ਉਹਨਾਂ ਨੂੰ ਇੱਕ ਨਵਾਂ ਨਾਮ ਦਿੱਤਾ ਜਾਂਦਾ ਹੈ ਬੰਦਾ ਸਿੰਘ। ਤਾਂ ਬੰਦਾ ਸਿੰਘ ਉਹਨਾਂ ਨੂੰ ਨਾਮ ਦਿੱਤਾ ਜਾਂਦਾ, ਜਿਹੜਾ ਬਹਾਦਰ ਹੈ ਉਹ ਉਹਨਾਂ ਦੇ ਜਿਹੜੇ ਅੱਗੇ ਉਹਨਾਂ ਨੇ ਕਾਰਨਾਮੇ ਕੀਤੇ ਸੀ। ਠੀਕ ਹੈ, ਉਹਨਾਂ ਦੇ ਨਾਮ ਨਾਲ ਜੁੜ ਕੇ ਉਹਨਾਂ ਦਾ ਨਾਮ ਬਹਾਦਰ ਰੱਖ ਦਿੰਦਾ ਹੈ, ਬੰਦਾ ਸਿੰਘ ਬਹਾਦਰ। ਬਟ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਨਾਮ ਰੱਖਿਆ ਸੀ ਉਹ ਸੀ ਬੰਦਾ ਸਿੰਘ। ਠੀਕ ਹੈ, ਉਹਨਾਂ ਦਾ ਇਹ ਨਾਮ ਰੱਖਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਕਿੱਥੇ, ਪੰਜਾਬ ਵੱਲ ਨੂੰ ਭੇਜ ਦਿੰਦੇ ਨੇ। ਠੀਕ ਹੈ, ਤਾਂ ਉਹਨਾਂ ਦਾ ਜਿਹੜਾ ਦੌਰਾ, ਜਿਹੜਾ ਸਫ਼ਰ ਸੀ ਸਾਰਾ ਉਹ ਪੰਜਾਬ ਤੋਂ ਸ਼ੁਰੂ ਹੁੰਦਾ। ਉਹਨਾਂ ਨੇ ਪੰਜਾਬ ਦੇ ਵਿੱਚ ਕਿਹੜੀਆਂ ਕਿਹੜੀਆਂ ਲੜਾਈਆਂ ਲੜੀਆਂ, ਕੀ ਕੁਝ ਕੀਤਾ। ਠੀਕ ਹੈ, ਹੁਣ ਆਪਾਂ ਉਹ ਵੀ ਦੇਖਦੇ ਹਾਂ। ਇੱਕ ਹੋਰ ਚੀਜ਼, ਇੱਕ ਜਿਹੜੇ ਭਾਈ ਕਾਹਨ ਸਿੰਘ ਨਾਭਾ ਸੀ ਉਹਨਾਂ ਦੇ ਮਹਾਨ ਕੋਸ਼ ਦੇ ਹਿਸਾਬ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦਾ ਨਾਮ ਕੀ ਰੱਖਿਆ ਸੀ। ਕਈ ਵਾਰ ਐਗਜ਼ਾਮ ਦੇ ਵਿੱਚ ਅਲੱਗ-ਅਲੱਗ ਪੱਖਾਂ ਤੋਂ ਕਈ ਵਾਰ ਕੁਐਸਚਨਸ ਦੇਖਣ ਨੂੰ ਮਿਲ ਜਾਂਦੇ ਨੇ। ਠੀਕ ਹੈ, ਤਾਂ ਜੇਕਰ ਭਾਈ ਕਾਹਨ ਸਿੰਘ ਨਾਭਾ ਦੇ ਅਨੁਸਾਰ ਦੇ ਵਿੱਚ ਪੁੱਛਿਆ ਜਾਵੇ ਤਾਂ ਮਹਾਨ ਕੋਸ਼ ਅਨੁਸਾਰ ਉਹਨਾਂ ਦਾ ਨਾਮ ਗੁਰਬਖਸ਼ ਸਿੰਘ ਰੱਖਿਆ ਗਿਆ ਸੀ। ਠੀਕ ਹੈ, ਲਛਮਣ ਦਾਸ ਜਾਂ ਲਛਮਣ ਜੀ ਆਪਾਂ ਮਾਧੋ ਦਾਸ ਕਹਿ ਦਿੰਦੇ ਜਿਨ੍ਹਾਂ ਨੂੰ, ਉਹਨਾਂ ਦਾ ਨਾਮ ਕੀ ਸੀ, ਗੁਰਬਖਸ਼ ਸਿੰਘ ਰੱਖਿਆ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਮਹਾਨ ਕੋਸ਼ ਦੇ ਅਨੁਸਾਰ, ਠੀਕ ਹੈ, ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਦੇ ਅਨੁਸਾਰ, ਬਟ ਉਹਨਾਂ ਨੂੰ ਤਾਂ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਬੰਦਾ ਸਿੰਘ ਨਾਮ ਰੱਖਿਆ ਸੀ, ਬਟ ਕਈ ਬੁੱਕਸ ਦੇ ਵਿੱਚ ਅਲੱਗ-ਅਲੱਗ ਨਾਮ ਦੇਖਣ ਨੂੰ ਵੀ ਮਿਲੇ ਨੇ। ਠੀਕ ਹੈ, ਤਾਂ ਅੱਗੇ ਦੇਖਦੇ ਆਪਾਂ। ਤਾਂ ਅੱਗੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਇੱਕ ਨਗਾਰਾ, 5 ਤੀਰ, ਸਲਾਹ ਮਸ਼ਵਰੇ ਲਈ 5 ਸਿੱਖਾਂ ਦੀ ਕਮੇਟੀ ਬਣਾ ਕੇ ਦਿੱਤੀ। ਇਸ ਕਮੇਟੀ ਦੇ ਵਿੱਚ ਕੌਣ-ਕੌਣ ਸੀ, ਵਿਨੋਦ ਸਿੰਘ ਸੀ, ਕਾਹਨ ਸਿੰਘ ਸੀ, ਬਾਜ ਸਿੰਘ, ਦਇਆ ਸਿੰਘ ਤੇ ਰਾਮ ਸਿੰਘ। ਇਹਨਾਂ ਦੀ ਕਮੇਟੀ ਬਣਾ ਕੇ ਭੇਜੀ ਸੀ। ਠੀਕ ਹੈ, ਤੇ ਇਸ ਦੇ ਵਿੱਚ 25 ਸਿੱਖ ਸਿਪਾਹੀ ਵੀ ਸ਼ਾਮਲ ਕੀਤੇ ਗਏ। ਠੀਕ ਹੈ, 25 ਸਿੱਖ ਸਿਪਾਹੀ ਵੀ ਇਸ ਵਿੱਚ ਸ਼ਾਮਲ ਕੀਤੇ ਗਏ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦੇ ਨਾਲ ਇੱਕ ਹੁਕਮਨਾਮਾ ਵੀ ਜਾਰੀ ਕੀਤਾ, ਜਿਸ ਨੂੰ ਆਪਾਂ ਕਿਸ ਨਾਮ ਨਾਲ ਸੰਬੋਧਿਤ ਕਰਦੇ ਹਾਂ, ਗੁਰੂ ਦੇ ਹੁਕਮ ਦੇ ਨਾਲ। ਠੀਕ ਹੈ, ਹੁਕਮਨਾਮਾ ਜਾਰੀ ਕੀਤਾ ਸੀ ਜਿਸ ਨੂੰ ਆਪਾਂ ਗੁਰੂ ਦੇ ਹੁਕਮ ਨਾਲ ਵੀ ਸੰਬੋਧਿਤ ਕਰਦੇ ਹਾਂ। ਤਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਕਹਿਣ ਤੇ ਬੰਦਾ ਸਿੰਘ ਬਹਾਦਰ ਪੰਜਾਬ ਵੱਲ ਨੂੰ ਕੂਚ ਕਰਦੇ ਨੇ ਤਾਂ ਉਹਨਾਂ ਦੀ ਸਭ ਤੋਂ ਪਹਿਲੀ ਲੜਾਈ ਰਸਤੇ ਵਿੱਚ ਆਉਂਦੇ ਹੁੰਦੇ ਸੋਨੀਪਤ ਦੀ ਲੜਾਈ ਹੁੰਦੀ ਹੈ। ਤਾਂ ਇਹ ਯਾਦ ਰੱਖਣਾ ਹੈ, ਤਾਂ ਬੰਦਾ ਸਿੰਘ ਬਹਾਦਰ ਦੁਆਰਾ ਸਭ ਤੋਂ ਪਹਿਲੀ ਲੜਾਈ ਕਿਹੜੀ ਲੜੀ ਗਈ ਸੀ, ਤਾਂ ਉਹ ਸੋਨੀਪਤ ਦੀ ਲੜਾਈ ਲੜੀ ਗਈ ਸੀ। ਤਾਂ ਇਹ ਯਾਦ ਰੱਖਣਾ ਕਾਫੀ ਇੰਪੋਰਟੈਂਟ ਹੈ, ਕਦੋਂ ਲੜੀ ਗਈ ਸੀ, 1709 ਦੇ ਵਿੱਚ ਸੋਨੀਪਤ ਦੀ ਲੜਾਈ ਲੜੀ ਗਈ ਸੀ। ਠੀਕ ਹੈ, ਤਾਂ ਜਦੋਂ ਬੰਦਾ ਸਿੰਘ ਬਹਾਦਰ ਨੇ ਸਭ ਤੋਂ ਪਹਿਲਾਂ ਖੰਡਾ ਨਾਮਕ ਸਥਾਨ ਤੇ, ਖੱਡਾ ਨਾਮਕ ਸਥਾਨ ਹੈ ਜਿਹੜਾ ਕਿੱਥੇ, ਸੋਨੀਪਤ ਤੇ ਹਮਲਾ ਕੀਤਾ ਸੀ, ਖੰਡਾ ਤੇ। ਠੀਕ ਹੈ, ਤਾਂ ਸੋਨੀਪਤ ਤੇ ਹਮਲਾ ਕੀਤਾ। ਜਿਹੜਾ ਸੋਨੀਪਤ ਦਾ ਜਿਹੜਾ ਫੌਜਦਾਰ ਸੀ ਉਹ ਬਿਨਾਂ ਮੁਕਾਬਲੇ ਕੀਤੇ ਹੀ ਦਿੱਲੀ ਵਿੱਚ ਭੱਜ ਗਿਆ। ਮਤਲਬ ਕਿ ਉਸਨੇ ਮੁਕਾਬਲਾ ਹੀ ਨਹੀਂ ਕੀਤਾ, ਉਹ ਬੰਦਾ ਸਿੰਘ ਬਹਾਦਰ ਦੀ ਫੌਜ ਤੋਂ ਦੇਖ ਕੇ ਪਹਿਲਾਂ ਹੀ ਡਰ ਗਿਆ ਸੀ, ਜਿਸ ਕਾਰਨ ਉਹ ਲੜਨ ਤੋਂ ਪਹਿਲਾਂ ਹੀ ਦਿੱਲੀ ਭੱਜ ਗਿਆ ਸੀ। ਠੀਕ ਹੈ, ਤਾਂ ਸੋਨੀਪਤ ਤੋਂ ਬਾਅਦ ਕੀ ਹੈ, ਸੋਨੀਪਤ ਤੋਂ ਬਾਅਦ ਅੱਗੇ ਜਿਹੜਾ ਬੰਦਾ ਸਿੰਘ ਬਹਾਦਰ ਨੇ ਸਮਾਣਾ ਵੱਲ ਨੂੰ ਕੂਚ ਕੀਤਾ, ਜਿਹੜਾ ਆਪਣੇ ਪਟਿਆਲਾ ਦੇ ਵਿੱਚ ਸਥਿਤ ਹੈ। ਠੀਕ ਹੈ, ਤਾਂ ਉਹਨਾਂ ਨੇ ਸਮਾਣਾ ਦੇ ਵਿੱਚ ਅੱਗੇ ਉਹਨਾਂ ਨੇ ਕੀ ਕੀਤਾ, ਕੈਥਲ ਦੇ ਨੇੜੇ ਇੱਕ ਪਿੰਡ ਭੁੰਨਾ ਪੈਂਦਾ ਹੈ। ਠੀਕ ਹੈ, ਕੈਥਲ ਦੇ ਵਿੱਚ ਸਥਿਤ ਇਹ, ਉੱਥੇ ਕੀ ਉਹਨਾਂ ਨੂੰ ਪਤਾ ਲੱਗਿਆ ਕਿ ਸ਼ਾਹੀ ਖਜ਼ਾਨੇ ਬਾਰੇ ਪਤਾ ਲੱਗਿਆ ਕਿ ਉੱਥੇ ਸ਼ਾਹੀ ਖਜ਼ਾਨਾ ਲੈ ਕੇ ਆ ਰਹੇ ਨੇ। ਠੀਕ ਹੈ, ਤਾਂ ਉਹਨਾਂ ਨੇ ਕੀ ਕੀਤਾ, ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਤੇ ਹਮਲਾ ਕਰਕੇ ਜਿਹੜਾ ਉਹ ਸਾਰਾ ਸ਼ਾਹੀ ਖਜ਼ਾਨਾ ਸੀ ਉਸ ਨੂੰ ਲੁੱਟ ਲਿਆ ਸੀ। ਠੀਕ ਹੈ, ਕੈਥਲ ਦੇ ਨੇੜੇ ਪਿੰਡ ਭੁੰਨਾ ਦੇ ਵਿੱਚ। ਤਾਂ ਅੱਗੇ ਕੀ ਹੁੰਦਾ ਹੈ, ਤਾਂ ਅੱਗੇ ਸਮਾਣਾ ਦੀ ਲੜਾਈ ਹੁੰਦੀ ਹੈ। ਠੀਕ ਹੈ, ਸਮਾਣਾ ਤੇ ਹਮਲਾ ਹੁੰਦਾ ਹੈ, ਕਦੋਂ ਹੁੰਦਾ ਹੈ, 1709 ਦੇ ਵਿੱਚ। ਠੀਕ ਹੈ, ਜਿਹੜਾ ਸਮਾਣਾ ਹੈ ਉਹ ਪਟਿਆਲਾ ਦੇ ਵਿੱਚ ਸਥਿਤ ਹੈ, ਮੈਂ ਤੁਹਾਨੂੰ ਦੱਸ ਦਿੱਤਾ ਹੈ। ਠੀਕ ਹੈ, ਸਮਾਣਾ ਤੇ ਹਮਲਾ ਕਿਉਂ ਕਰਦੇ ਨੇ, ਕਿਉਂਕਿ ਜਿਹੜੇ ਛੋਟੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ, ਜਿਹੜੇ ਦੋਨੋਂ ਛੋਟੇ ਸਾਹਿਬਜ਼ਾਦੇ ਸੀ, ਉਹਨਾਂ ਨੂੰ ਸ਼ਹੀਦ ਕਰਨ ਵਾਲਾ ਜਿਹੜਾ ਜੱਲਾਦ ਸੀ ਉਹ ਕੀ ਸੀ, ਉਹ ਸਮਾਣਾ ਦੇ ਵਿੱਚ ਰਹਿੰਦਾ ਸੀ। ਠੀਕ ਹੈ, ਸਮਾਣਾ ਦੇ ਵਿੱਚ ਰਹਿੰਦਾ ਸੀ ਤੇ ਕਿ ਜਲਾਲੂਦੀਨ ਜਿਹੜਾ ਜਲਾਲੂਦੀਨ ਉਹਨਾਂ ਨੇ ਕੀ ਕੀਤਾ ਸੀ, ਉਸਨੇ 9ਵੇਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਜੱਲਾਦ ਸੀ ਉਹ। ਤਾਂ ਇਹ ਜਿਹੜੇ ਦੋਨੋਂ ਜੱਲਾਦ ਸੀ ਉਹ ਸਮਾਣੇ ਦੇ ਰਹਿਣ ਵਾਲੇ ਸੀ। ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਕੀ ਸੀ, ਉਹਨਾਂ ਤੋਂ ਬਦਲਾ ਲੈਣ ਦੇ ਲਈ ਉਹਨੇ ਸਮਾਣਾ ਤੇ ਹਮਲਾ ਕੀਤਾ ਸੀ। ਕੀ ਨਾਮ ਸੀ, ਸ਼ਾਸਲ ਬੇਗ ਤੇ ਬਾਸ਼ਲ ਬੇਗ। ਇਹ ਕੌਣ ਸੀ, ਇਹ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਸੀ। ਠੀਕ ਹੈ, ਇਹਨਾਂ ਤੋਂ ਬਦਲਾ ਲੈਣ ਦੇ ਲਈ ਤਾਂ ਬੰਦਾ ਸਿੰਘ ਬਹਾਦਰ ਨੇ ਸਮਾਣਾ ਤੇ ਹਮਲਾ ਕੀਤਾ ਤੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਸਮਾਣੇ ਦੇ ਵਿੱਚ। ਠੀਕ ਹੈ, ਇਸ ਤੋਂ ਬਾਅਦ ਉਹਨਾਂ ਨੇ ਹੋਰ ਕਿਹੜੇ ਕਿੱਥੇ ਗਏ, ਉਹ ਕੜਾਮ ਦੇ ਵਿੱਚ ਗਏ। ਠੀਕ ਹੈ, ਕੜਾਮ, ਮੁਸਤਫਾਬਾਦ। ਠੀਕ ਹੈ, ਉਹਨਾਂ ਤੇ ਹਮਲਾ ਕਰਕੇ ਉਸ ਤੇ ਉਹਨਾਂ ਤੇ ਆਪਣਾ ਅਧਿਕਾਰ ਜਮਾ ਲਿਆ ਸੀ। ਠੀਕ ਹੈ, ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਕਪੂਰੀ ਰਸਤੇ 'ਚ ਆਉਂਦਾ ਸੀ, ਕਪੂਰੀ ਤੇ ਵੀ ਹਮਲਾ ਕੀਤਾ। ਤਾਂ ਉਸ ਟਾਈਮ ਜਿਹੜਾ ਕਪੂਰੀ ਦਾ ਸ਼ਾਸਕ ਸੀ ਉਹ ਕੌਣ ਸੀ, ਤਾਂ ਕੁਆਦਮ ਉਦ-ਦੀਨ। ਇਹ ਕੌਣ ਸੀ, ਇਹ ਕਪੂਰੀ ਦਾ ਸ਼ਾਸਕ ਸੀ ਕੁਆਦਮ ਉਦ-ਦੀਨ। ਕੁਆਦਮ ਉਦ-ਦੀਨ ਕੀ ਸੀ, ਕਪੂਰੀ ਦਾ ਸ਼ਾਸਕ ਸੀ।
ठीक है। उस तो बाद की उस तो बाद सढौरे ते हमला हुंदा है, ठीक है। सढौरे दा हमला ਇਹ ਕਾਫੀ ਇੰਪੋਰਟੈਂਟ ਹੈ, ਠੀਕ ਹੈ। ਜਿਹੜਾ ਇਹ ਸਢੌਰਾ ਇਹ ਯਮੁਨਾ ਨਗਰ ਦੇ ਵਿੱਚ ਇਹ ਅੱਜ ਕੱਲ੍ਹ ਹਰਿਆਣਾ ਦੇ ਵਿੱਚ ਸਥਿਤ ਹੈ, ਯਮੁਨਾ ਨਗਰ ਹਰਿਆਣਾ ਦੇ ਵਿੱਚ, ਠੀਕ ਹੈ। ਸਢੌਰੇ ਤੇ ਹਮਲਾ ਹੁੰਦਾ ਹੈ। ਉੱਥੇ ਹਮਲਾ ਕਿਉਂ ਕੀਤਾ ਜਾਂਦਾ ਹੈ ਤਾਂ ਸਢੌਰੇ ਤੇ ਹਮਲਾ ਤਾਂ ਮੈਂ ਤੁਹਾਨੂੰ ਮੇਨਲੀ ਇੱਕ ਥਿਊਰੀ ਦੀ ਤਰ੍ਹਾਂ ਸਮਝਾ ਦਿੰਦਾ, ਇੱਕ ਕਹਾਣੀ ਦੀ ਤਰ੍ਹਾਂ। ਸਢੌਰਾ ਤੇ ਹਮਲਾ ਬਾਬਾ ਬੰਦਾ ਸਿੰਘ ਬਹਾਦਰ ਨੇ ਤਾਂ ਕੀਤਾ ਸੀ ਕਿ ਜਦੋਂ ਗੁਰੂ ਗੋਬਿੰਦ ਸਿੰਘ ਜਿਹੜਾ ਖਾਸ ਮਿੱਤਰ ਸੀ ਪੀਰ ਬੁੱਧੂ ਸ਼ਾਹ, ਉਸਦਾ ਜਿਹੜਾ ਕਤਲ ਕਰਨ ਵਾਲਾ ਕੌਣ ਸੀ, ਸ਼ਾਸਕ ਉਸਮਾਨ ਖਾਨ, ਉਹਨਾਂ ਦਾ ਕਤਲ ਕੀਤਾ ਸੀ ਕਿਸਨੇ, ਸ਼ਾਸਕ ਉਸਮਾਨ ਖਾਨ ਨੇ। ਤਾਂ ਬੁੱਧੂ ਸ਼ਾਹ ਦੀ ਮੌਤ ਦਾ ਬਦਲਾ ਲੈਣ ਦੇ ਲਈ, ਠੀਕ ਹੈ, ਬਾਬਾ ਬੰਦਾ ਸਿੰਘ ਬਹਾਦਰ ਕੀ ਸਢੌਰੇ ਤੇ ਹਮਲਾ ਕਰਦੇ ਨੇ, ਠੀਕ ਹੈ। ਹੁਣ ਆਪਾਂ ਬਾਕੀ ਦੇਖ ਕੇ ਦੱਸਦੇ ਨੇ, ਠੀਕ ਹੈ। ਉੱਥੋਂ ਦਾ ਸ਼ਾਸਕ ਜਿਹੜਾ ਉਸਮਾਨ ਖਾਨ ਸੀ, ਉਸਨੇ ਕੀ ਸੀ, ਪੀਰ ਬੁੱਧੂ ਸ਼ਾਹ ਦਾ ਕਤਲ ਕੀਤਾ ਸੀ। ਪੀਰ ਬੁੱਧੂ ਸ਼ਾਹ ਕੌਣ ਸੀ, ਪੀਰ ਬੁੱਧੂ ਸ਼ਾਹ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਮਿੱਤਰ ਸੀ, ਜਿਸਨੇ ਕੀ ਸੀ, ਭੰਗਾਣੀ ਦੀ ਲੜਾਈ, ਜਿਸਨੇ ਭੰਗਾਣੀ ਦੀ ਲੜਾਈ ਦੇ ਵਿੱਚ ਗੁਰੂ ਜੀ ਦੀ ਸਹਾਇਤਾ ਕੀਤੀ ਸੀ, ਠੀਕ ਹੈ। ਤਾਂ ਬਹੁਤ ਸਾਰੇ ਮੁਸਲਮਾਨ ਉਹਨੇ ਕੀ ਸੀ, ਸਹਾਇਤਾ ਕੀਤੀ ਸੀ। ਤਾਂ ਉਸਨੇ ਕੀ ਕੀਤਾ, ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਢੌਰੇ ਤੇ ਹਮਲਾ ਕੀਤਾ। ਬਹੁਤ ਸਾਰੇ ਮੁਸਲਮਾਨ ਆਪਣੀ ਜਾਨ ਬਚਾਉਣ ਦੇ ਲਈ ਪੀਰ ਬੁੱਧੂ ਸ਼ਾਹ ਦੀ ਹਵੇਲੀ ਵਿੱਚ ਇਕੱਠੇ ਹੁੰਦੇ ਨੇ, ਠੀਕ ਹੈ। ਪੀਰ ਬੁੱਧੂ ਸ਼ਾਹ ਦੀ ਹਵੇਲੀ ਦੇ ਵਿੱਚ ਇਕੱਠੇ ਹੁੰਦੇ ਨੇ, ਬਟ ਕੀ ਹੈ, ਬਾਬਾ ਬੰਦਾ ਸਿੰਘ ਬਹਾਦਰ ਕੀ ਉਸ ਹਵੇਲੀ ਤੇ ਹੀ ਹਮਲਾ ਕਰ ਦਿੰਦਾ ਹੈ ਤੇ ਜਿੰਨੇ ਵੀ ਸਾਰੇ ਮੁਸਲਮਾਨ ਸੀ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੰਦਾ, ਜਿਸ ਕਾਰਨ ਇਸ ਜਿਹੜੇ ਸਥਾਨ ਨੂੰ ਕਤਲਗੜੀ ਦਾ ਨਾਮ ਵੀ ਦਿੱਤਾ ਗਿਆ, ਠੀਕ ਹੈ। ਕਤਲਗੜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ, ਕਿ ਇਸ ਨੂੰ ਪੀਰ ਬੁੱਧੂ ਸ਼ਾਹ ਦੀ ਹਵੇਲੀ ਨੂੰ ਕੀ ਹੈ, ਕਤਲਗੜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ। ਇਹ ਵੀ ਤੁਸੀਂ ਯਾਦ ਰੱਖਣਾ ਹੈ, ਠੀਕ ਹੈ। ਹੁਣ ਉਸ ਤੋਂ ਬਾਅਦ ਕੀ ਹੁੰਦਾ, ਉਸ ਤੋਂ ਬਾਅਦ ਮੁਖਲਿਸਪੁਰ ਦੀ ਜਿੱਤ। ਤਾਂ ਮੁਖਲਿਸਪੁਰ ਤੇ ਹਮਲਾ ਕੀਤਾ ਜਾਂਦਾ ਹੈ, ਠੀਕ ਹੈ। ਮੁਖਲਿਸਪੁਰ ਦਾ ਜਿਹੜਾ ਹੁਣ ਨਾਮ ਬਦਲ ਕੇ ਕੀ ਹੈ, ਲੋਹਗੜ੍ਹ ਰੱਖ ਦਿੱਤਾ ਗਿਆ, ਠੀਕ ਹੈ, ਮੁਖਲਿਸਪੁਰ ਦਾ। ਤਾਂ ਉਸ ਤੋਂ ਬਾਅਦ ਸਰਹੰਦ ਦੀ ਲੜਾਈ ਹੁੰਦੀ ਹੈ। ਤਾਂ ਸਰਹੰਦ ਦੀ ਲੜਾਈ ਕਦੋਂ ਹੋਈ, ਤਾਂ ਸਰਹੰਦ ਦੀ ਲੜਾਈ ਹੋਈ ਸੀ 12 ਮਈ 1710 ਨੂੰ, ਠੀਕ ਹੈ। 12 ਮਈ 1710 ਨੂੰ ਸਰਹੰਦ ਦੀ ਲੜਾਈ ਹੁੰਦੀ ਹੈ, ਠੀਕ ਹੈ। ਉਸ ਸਮੇਂ ਜਿਹੜਾ ਸਰਹੰਦ ਦਾ ਫੌਜਦਾਰ ਸੀ ਉਹ ਕੌਣ ਸੀ, ਉਹ ਵਜ਼ੀਰ ਖਾਨ ਸੀ, ਠੀਕ ਹੈ। ਵਜ਼ੀਰ ਖਾਨ ਸਰਹੰਦ ਤੋਂ 16 ਕਿਲੋਮੀਟਰ ਦੂਰ, ਸਰਹੰਦ ਤੋਂ 16 ਕਿਲੋਮੀਟਰ ਦੂਰ ਚੱਪੜਚਿੜੀ ਨਾਮਕ ਸਥਾਨ ਤੇ ਇਹ ਯੁੱਧ ਹੁੰਦਾ ਹੈ, ਠੀਕ ਹੈ। ਤਾਂ ਬਾਜ ਸਿੰਘ ਸੀ ਜਿਹੜਾ, ਉਹ ਬਾਜ ਸਿੰਘ ਦੇ ਹੱਥੋਂ ਵਜ਼ੀਰ ਖਾਨ ਮਾਰਿਆ ਗਿਆ ਅਤੇ ਮੁਗਲ ਸੈਨਾ ਵਿੱਚ ਭਗਦੜ ਪੈ ਜਾਂਦੇ। ਜਦੋਂ ਵਜ਼ੀਰ ਖਾਨ ਦੀ ਮੌਤ ਦੀ ਘਟਨਾ ਸੁਣਦੀ ਹੈ ਮੁਗਲ ਸੈਨਾ ਨੂੰ, ਤਾਂ ਕੀ ਹੈ, ਮੁਗਲ ਸੈਨਾ ਦੇ ਵਿਚਕਾਰ ਭਗਦੜ ਮੱਚ ਜਾਂਦੀ ਹੈ ਤੇ ਸਰਹੰਦ ਜਿੱਤਣ ਤੋਂ ਬਾਅਦ ਬਾਜ ਸਿੰਘ ਨੂੰ ਸਰਹੰਦ ਦਾ ਗਵਰਨਰ ਬਣਾਇਆ ਜਾਂਦਾ ਹੈ, ਠੀਕ ਹੈ। ਬਾਜ ਸਿੰਘ ਨੂੰ ਕੀ ਹੈ, ਸਰਹੰਦ ਦਾ ਗਵਰਨਰ ਬਣਾਇਆ ਜਾਂਦਾ ਹੈ, ਠੀਕ ਹੈ। ਤਾਂ ਬਾਜ ਸਿੰਘ ਕੌਣ ਸੀ, ਇਹ ਵੀ ਇੱਕ ਸਿੱਖ ਸੈਨਿਕ ਸੀ ਜਿਸ ਨੂੰ ਵਾਰਤਾਲਾਪ ਦੇ ਲਈ 5 ਸਿੱਖਾਂ ਦੇ ਨਾਲ ਭੇਜਿਆ ਗਿਆ ਸੀ, ਠੀਕ ਹੈ। ਤਾਂ ਉਸ ਤੋਂ ਬਾਅਦ ਅੱਗੇ ਕੀ ਹੁੰਦਾ ਹੈ, ਤਾਂ ਅੱਗੇ ਹੁੰਦੇ ਜਲੰਧਰ ਦੁਆਬ ਦੀ ਜਿੱਤ। ਤਾਂ ਇਹ ਤੁਸੀਂ ਸਾਰੇ ਸਾਨੇ ਯਾਦ ਰੱਖਣੇ ਨੇ, ਐਗਜ਼ਾਮ ਦੇ ਲਈ ਕਾਫੀ ਇੰਪੋਰਟੈਂਟ ਨੇ, ਠੀਕ ਹੈ। ਤਾਂ ਜਲੰਧਰ ਦੁਆਬ ਦੀ ਜਿਹੜੀ ਜਿੱਤ ਹੈ ਉਹ 1710 ਨੂੰ ਇਹ ਲੜਾਈ ਲੜੀ ਗਈ ਸੀ, 1710 ਨੂੰ, ਠੀਕ ਹੈ, ਜਲੰਧਰ ਦੁਆਬ ਦੀ। ਤਾਂ ਉਸ ਸਮੇਂ ਜਿਹੜਾ ਜਲੰਧਰ ਦੁਆਬ ਦਾ ਫੌਜਦਾਰ ਸੀ ਉਹ ਕੌਣ ਸੀ, ਉਹ ਸੀ ਸਮਸ਼ ਖਾਨ। ਸਮਸ਼ ਖਾਨ ਕੌਣ ਸੀ, ਉਹ ਉਸ ਟਾਈਮ ਜਲੰਧਰ ਦੁਆਬ ਦੇ ਫੌਜਦਾਰ ਸੀ। ਰਾਹੋ ਦੀ ਲੜਾਈ ਵਿੱਚ ਬੰਦਾ ਸਿੰਘ ਬਹਾਦਰ ਨੇ ਸਮਸ਼ ਖਾਨ ਨੂੰ ਹਰਾ ਕੇ ਆਸਾਨੀ ਨਾਲ ਜਲੰਧਰ ਦੁਆਬ ਤੇ ਕਬਜ਼ਾ ਕਰ ਲਿਆ ਸੀ। ਮਤਲਬ ਕਿ ਬੰਦਾ ਸਿੰਘ ਬਹਾਦਰ ਨੇ ਅੱਗੇ ਜਾ ਕੇ ਜਿੰਨੇ ਵੀ ਹਮਲੇ ਕੀਤੇ ਸੀ ਤਾਂ ਸਾਰਿਆਂ ਤੇ ਆਪਣਾ ਹੀ ਅਧਿਕਾਰ ਜਮਾ ਲਿਆ ਸੀ, ਠੀਕ ਹੈ। ਤਾਂ ਬੰਦਾ ਸਿੰਘ ਬਹਾਦਰ ਨੇ ਮੁਖਲਿਸਪੁਰ ਦਾ ਨਾਮ ਬਦਲ ਕੇ ਕੀ ਰੱਖ ਦਿੱਤਾ ਸੀ, ਲੋਹਗੜ੍ਹ ਰੱਖ ਦਿਆ। ਕਈ ਵਾਰ ਐਗਜ਼ਾਮ ਦੇ ਵਿੱਚ ਪੁੱਛ ਲਏ ਜਾਂਦੇ ਨੇ ਕਿ ਜਿਹੜਾ ਮੁਖਲਿਸਪੁਰ ਦਾ ਨਾਮ ਬਦਲ ਕੇ ਕਿਸ ਨੇ ਲੋਹਗੜ੍ਹ ਰੱਖਿਆ ਸੀ, ਤਾਂ ਉਹ ਰੱਖਿਆ ਸੀ ਬੰਦਾ ਸਿੰਘ ਬਹਾਦਰ ਨੇ, ਠੀਕ ਹੈ। ਜਿਹੜਾ ਲੋਹਗੜ੍ਹ ਹੈ ਉਹ ਕੀ ਹੈ, ਇਸ ਨੂੰ ਆਪਣੀ ਰਾਜਧਾਨੀ ਵੀ ਬਣਾ ਲਿਆ ਸੀ, ਠੀਕ ਹੈ। ਇਹ ਕਿੱਥੇ ਸਥਿਤ ਹੈ, ਇਹ ਹਰਿਆਣਾ ਦੇ ਯਮੁਨਾ ਨਗਰ ਦੇ ਵਿੱਚ ਸਥਿਤ ਹੈ। ਇਹ ਵੀ ਤੁਸੀਂ ਯਾਦ ਰੱਖਣਾ, ਠੀਕ ਹੈ, ਲੋਹਗੜ੍ਹ। ਹੁਣ ਅੱਗੇ ਕੰਮ ਦੇਖਦੇ ਹਾਂ, ਉਹਨਾਂ ਨੇ ਕੀ ਕੰਮ ਕੀਤੇ। ਤਾਂ ਉਹਨਾਂ ਨੇ ਨਵਾਂ ਕੈਲੰਡਰ ਜਾਰੀ ਕੀਤਾ ਸੀ। ਇਹ ਵੀ ਐਗਜ਼ਾਮ ਦੇ ਵਿੱਚ ਪੁੱਛ ਲੈਂਦੇ ਨੇ ਕਿ ਨਵਾਂ ਕੈਲੰਡਰ ਕਿਸ ਦੁਆਰਾ ਜਾਰੀ ਕੀਤਾ ਗਿਆ। ਤਾਂ ਨਵਾਂ ਕੈਲੰਡਰ ਸੀ ਜਿਹੜਾ ਬੰਦਾ ਸਿੰਘ ਬਹਾਦਰ ਦੁਆਰਾ ਜਾਰੀ ਕੀਤਾ ਗਿਆ ਸੀ, ਠੀਕ ਹੈ। ਉਹਨਾਂ ਨੇ ਸਿੱਕੇ ਵੀ ਚਲਾਏ ਸੀ, ਠੀਕ ਹੈ। ਕਿਹੜੇ ਸਿੱਕੇ ਚਲਾਏ ਸੀ, ਨਾਨਕ ਸ਼ਾਹੀ ਅਤੇ ਗੋਬਿੰਦ ਸ਼ਾਹੀ, ਠੀਕ ਹੈ। ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਤੇ 10ਵੇਂ ਗੁਰੂ ਦੀ ਯਾਦ ਵਿੱਚ ਇਹ ਸਿੱਕੇ ਚਲਾਏ ਗਏ ਸੀ, ਠੀਕ ਹੈ, ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ, ਠੀਕ ਹੈ। ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਹੈ, ਉਹਨਾਂ ਨੇ ਫਾਰਸੀ ਭਾਸ਼ਾ ਨੂੰ ਜਿਹੜਾ ਸਰਕਾਰੀ ਭਾਸ਼ਾ ਬਣਾ ਦਿੱਤਾ, ਠੀਕ ਹੈ। ਜਿਹੜੀ ਫਾਰਸੀ ਭਾਸ਼ਾ ਸੀ ਉਸਨੂੰ ਕੀ ਹੈ, ਸਰਕਾਰੀ ਭਾਸ਼ਾ ਬਣਾ ਦਿੱਤਾ ਤੇ ਜਿਹੜੀ ਜ਼ਿਮੀਂਦਾਰੀ ਪ੍ਰਥਾ ਸੀ ਉਸਨੂੰ ਵੀ ਖਤਮ ਕਰ ਦਿੱਤਾ। ਤਾਂ ਤੁਸੀਂ ਇਹ ਵੀ ਕੁਝ ਕੁ ਪੁਆਇੰਟ ਨੇ, ਇਹ ਵੀ ਤੁਸੀਂ ਨੋਟ ਡਾਊਨ ਕਰ ਲੈਣੇ ਨੇ, ਐਗਜ਼ਾਮ ਦੇ ਵਿੱਚ ਕਾਫੀ ਵਾਰ ਦੇਖਣ ਨੂੰ ਮਿਲੇ ਨੇ ਇਹ, ਠੀਕ ਹੈ। ਉਸ ਤੋਂ ਬਾਅਦ ਕੀ ਹੈ, ਉਸ ਤੋਂ ਬਾਅਦ ਮੁਗਲਾਂ ਦਾ ਲੋਹਗੜ੍ਹ ਤੇ ਹਮਲਾ ਹੁੰਦਾ ਹੈ, ਠੀਕ ਹੈ। ਮਤਲਬ ਕਿ ਲੋਹਗੜ੍ਹ ਤੇ ਜਿੱਤ ਦਾ ਲੈਂਦਾ ਹੈ ਕੀ ਉਹਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ। ਬਟ ਉਸ ਤੋਂ ਬਾਅਦ ਮੁਗਲਾਂ ਦਾ ਦੁਬਾਰਾ ਲੋਹਗੜ੍ਹ ਤੇ ਹਮਲਾ ਕੀਤਾ ਜਾਂਦਾ ਹੈ, ਕਦੋਂ, 1710 ਨੂੰ, ਠੀਕ ਹੈ। ਮੁਗਲ ਬਾਦਸ਼ਾਹ ਬਹਾਦਰ ਸ਼ਾਹ ਕੌਣ ਸੀ, ਤਾਂ ਇਹ ਔਰੰਗਜ਼ੇਬ ਦਾ ਪੁੱਤਰ ਸੀ ਜਿਸ ਨੂੰ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਗੁਰਗੱਦੀ ਮਿਲੀ ਸੀ, ਠੀਕ ਹੈ। ਤਾਂ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਨੇ ਮੁਨੀਮ ਖਾਨ ਦੀ ਅਗਵਾਈ ਵਿੱਚ 60,000 ਦੀ ਵੱਡੀ ਸੈਨਾ ਕੀ ਸੀ ਉੱਥੇ ਭੇਜੀ ਸੀ,
ठीक है। उस तो बाद सैना ने की लोहगढ़ ਨੂੰ घेर लिया, तो बंदा सिंह बहादुर ਨੂੰ ਉੱਥੋਂ निकलना ਪਿਆ। मतलब कि जो एड्डी ਵੱਡੀ सैना आई तो की लोहगढ़ ਦਾ घेरा पै गया, तो बंदा सिंह बहादुर ਨੂੰ ਕੀ ਉੱਥੋਂ निकलना पै गया, तो वह गुरदासपुर के नेड़े दूनी चंद की हवेली में चला जाता है। ठीक है, गुरदासपुर के नेड़े दूनी चंद की हवेली सी, वह उत्थे चला जाता है। तो फिर की है उत्थे गुरदासपुर के कुछ टाइम ठहरता है, पर उत्थे भी उस दोनों द्वारा हमला कर दिता जाता है। तो फिर अगे गुरदास नंगल का युद्ध होंदा है। तो गुरदास नंगल का युद्ध कदों होंदा है? 1715 ਨੂੰ गुरदास नंगल का युद्ध होंदा है। ठीक है, उस समय की सी मुगल बादशाह फरूख सीयर, मुगल बादशाह फरूख सीयर ने लाहौर के सूबेदार अब्दुस शामद खान, अमदुस शामद खान की अगवाई वाली सैना भेजी। ठीक है, किसने भेजी सी? फरूख सीयर ने भेजी सी। किस दी अगवाई हेठ? लाहौर के सूबेदार अब्दुस शामद खान की अगवाई में सैना भेजी सी। ठीक है, सैना ने की है, सैना ने दूनी चंद की हवेली को घेर लिया, 8 महीने तक जंग चलती रही। ठीक है, काफ़ी लंबा समा यह जंग चलती रही सी। ठीक है, उस समय की है जो विनोद सिंह सी अते बंदा बहादुर से, ठीक है, इन्हों के की है आपसी मतभेद पैदा हो जाते हैं। ठीक है, एक तो कहता सी कि विनोद सिंह से जो हवेली छड्ड के जाने के पक्ष में सी, बट जो बंदा सिंह बहादुर से इसनूं मना कर दिंदा है। पर विनोद सिंह से जो अपने साथियों के नाल हवेली छड्ड के की है चलिया जाता है। ਤਾਂ ਉਸ ਤੋਂ ਬਾਅਦ ਕੀ ਹੁੰਦਾ ਹੈ, ਤਾਂ ਉਹ ਤਾਂ ਚਲੇ ਜਾਂਦੇ ਨੇ, ਬਟ ਜਿਹੜੇ ਸੈਨਾ ਨੇ ਜਿਹੜੇ ਬੰਦਾ ਸਿੰਘ ਬਹਾਦਰ ਦੇ ਨਾਲ ਕਿੰਨੇ 740 ਸਿੱਖ ਸੀ, ਤਾਂ ਮੁਗਲਾਂ ਦੁਆਰਾ ਕੀ ਉਹਨਾਂ ਨੂੰ ਬੰਦੀ ਬਣਾ ਲਿਆ ਜਾਂਦਾ। ਠੀਕ ਹੈ, 740 ਸਿੱਖ ਵਿਦ ਬੰਦਾ ਸਿੰਘ ਬਹਾਦਰ। ਠੀਕ ਹੈ, ਉਹਨਾਂ ਨੂੰ ਪਹਿਲਾਂ ਕੀ ਹੈ ਲਾਹੌਰ ਦੇ ਵਿੱਚ ਲਿਆਂਦਾ ਜਾਂਦਾ ਹੈ, ਤੇ ਫਿਰ ਉਹਨਾਂ ਨੂੰ ਕੀ ਹੈ ਦਿੱਲੀ ਲੈ ਕੇ ਜਾਇਆ ਜਾਂਦਾ ਹੈ। ਦਿੱਲੀ ਦੇ ਵਿੱਚ ਉਹਨਾਂ ਦਾ ਪਹਿਲਾਂ ਦਾ ਜਲੂਸ ਕੱਢਿਆ ਗਿਆ। ਠੀਕ ਹੈ, ਬੰਦਾ ਸਿੰਘ ਬਹਾਦਰ ਦਾ, ਤੇ ਉਸ ਤੋਂ ਬਾਅਦ ਕੀ ਹੈ ਖਵਾਜਾ ਕੁਤਬ ਉਦ-ਦੀਨ ਬਖਤਿਆਰ ਕਾਕੀ ਦੀ ਦਰਗਾਹ ਤੇ ਲੈ ਕੇ उन्होंने इस्लाम कबूल करने लिए कहा गया। ठीक है, तो मतलब कि जेडे उन्होंने की सी बंदा सिंह बहादुर उन्होंने खवाजा कुतब उद-दीन बख्तियार काके जी दरगाह से उत्थे ले जाया जाता है, तो इस्लाम कबूलन के लिए कहा जाता है। ठीक है, तो जोड़ा उन्होंने 4 साल का पुत्र सी अजय सिंह। ठीक है, तो उन्होंने बंदा सिंह बहादुर की अखां के अगे ही शहीद किया जाता है। ठीक है, जो उन्होंने 4 साल का पुत्र सी अजय सिंह उन्होंने उसकी अखां अगे ही मार दिता जाता है। ठीक है, तो 9 जून 1716 ਨੂੰ बंदा सिंह बहादुर ਨੂੰ भी तसीह दे के शहीद कर दिता जाता है। ठीक है, 9 जून 1716 ਨੂੰ ਇਹ डेट भी तुसी याद रखनी है। ठीक है, उस समय ठीक है बंदा सिंह बहादुर जी शहीदी हुई सी, उस समय जो पंजाब का गवर्नर कौन सी, यह एग्जाम के काफ़ी बार क्वेश्चन देखने को मिले। तो बंदा सिंह बहादुर की शहीदी टाइम अब्दुस शामद खान, अब्दुस शामद खान कौन सी? पंजाब के गवर्नर सी। ठीक है, यह भी तुसी याद रखना है। ठीक है, हुण बंदा सिंह बहादुर की मौत हो जाती है, तो बंदा सिंह बहादुर की मौत तो बाद की हुंदा है, तो वह आपां देखते हैं। तो बंदा सिंह बहादुर की मौत तो बाद सिखां दे विच की है आपसी फुट पै जाती है। तो सिखां नूं जिहड़ा सिख जिहड़ा 2 भागां दे विच वंड लए जांदे ने, किहड़े-किहड़े? तत खालसा अते बंदई खालसा, यह भी तुसीं याद रखना है। ठीक है, बंदा सिंह बहादुर की मौत तो बाद सिखां नूं किहड़े 2 भागां दे विच वंडिया गया सी, तां एक तत खालसा सी ते एक बंदई खालसा सी। ठीक है, जिहड़े तत खालसा वाले सी वो सिर्फ की सी गुरु गोबिंद सिंह जी के सिद्धांतां नूं मनदे सी ते नीला बाणा पाउंदे सी। ठीक है, कौन? तत खालसा वाले। ठीक है, ते जिहड़े बंदई खालसा वाले सी वो बंदा बहादुर नूं अपना गुरु मनण लग गए ते लाल बाणा पाउण लग गए। ठीक है, ते 1721 ਦੇ ਵਿੱਚ ਵਿਸਾਖੀ ਦੇ ਮੌਕੇ ਤੇ ਅੰਮ੍ਰਿਤਸਰ ਦੇ ਵਿੱਚ ਭਾਈ ਮਨੀ ਸਿੰਘ ਨੇ ਤਤ ਖਾਲਸਾ ਅਤੇ ਬੰਦਈ ਖਾਲਸਾ ਵਿਚਕਾਰ ਸਮਝੌਤਾ ਕਰਵਾ ਕੇ ਸਿੱਖਾਂ ਨੂੰ ਇਕੱਠਾ ਕੀਤਾ। ਨਾ ਇਹ ਵੀ ਕੁਐਸਚਨ ਇਵੇਂ ਦੇ ਜਿਹੜੇ ਕੁਐਸਚਨ ਨੇ ਨਾ ਡੂੰਘੇ ਕੁਐਸਚਨ ਐਗਜ਼ਾਮ ਦੇ ਵਿੱਚ ਪੁੱਛ ਲਏ ਜਾਂਦੇ। ਠੀਕ ਹੈ, ਤਤ ਖਾਲਸਾ ਤੇ ਬੰਦਈ ਖਾਲਸਾ ਦਾ ਸਮਝੌਤਾ ਕਿਸ ਨੇ ਕਰਵਾਇਆ ਸੀ? ਤਾਂ ਭਾਈ ਮਨੀ ਸਿੰਘ ਨੇ ਕਰਵਾਇਆ ਸੀ। ਕਿੱਥੇ ਕਰਵਾਇਆ ਸੀ? ਅੰਮ੍ਰਿਤਸਰ ਦੇ ਵਿੱਚ। ਕਦੋਂ ਕਰਵਾਇਆ ਸੀ? 1721 ਨੂੰ। ਠੀਕ ਹੈ, ਤਾਂ ਇਹ ਯਾਦ ਰੱਖ ਲੈਣਾ ਤੁਸੀਂ। ਸਿੱਖ ਸੈਨਿਕਾਂ ਨੇ ਅੰਮ੍ਰਿਤਸਰ ਉੱਪਰ ਆਪਣਾ ਕਬਜ਼ਾ ਕਰ ਲਿਆ ਅਤੇ ਇਸ ਨੂੰ ਸਿੱਖੀ ਗਤੀਵਿਧੀਆਂ ਦਾ ਕੇਂਦਰ ਬਣਾ ਲਿਆ। ਸਿੱਖੀ ਗਤੀਵਿਧੀਆਂ ਦਾ ਕੇਂਦਰ ਬਣਾ ਲਿਆ। ਠੀਕ ਹੈ, ਅੰਮ੍ਰਿਤਸਰ ਨੂੰ। ਤਾਂ ਹਰਮੰਦਰ ਸਾਹਿਬ ਦਾ ਜਿਹੜਾ ਕੰਮਕਾਜ ਦੇਖਣ ਦੇ ਲਈ ਭਾਈ ਮਨੀ ਸਿੰਘ ਨੂੰ ਨਿਯੁਕਤ ਕੀਤਾ ਗਿਆ। ਤਾਂ ਸਿੱਖ ਅੰਮ੍ਰਿਤਸਰ ਵਿੱਚ ਵਿਸਾਖੀ ਅਤੇ ਦੀਵਾਲੀ ਦੇ ਮੌਕੇ ਇਕੱਠੇ ਹੁੰਦੇ ਸੀ। ਵਿਸਾਖੀ ਦਾ ਮੌਕਾ ਹੋ ਗਿਆ ਤੇ ਦੀਵਾਲੀ ਦਾ ਮੌਕਾ, ਉੱਤੇ ਭਾਰੀ ਸੰਖਿਆ ਦੇ ਵਿੱਚ ਕੀ ਸੀ ਸਿੱਖ ਇਕੱਠੇ ਹੁੰਦੇ ਸੀ। ठीक है, इन्होंने संगठनों की है सरबत खालसा का नाम दिता गया। ठीक है, जो ये संगठन इकट्ठे होते सारे सिख तो इन्होंने की है सरबत खालसा का नाम दिता गया। ठीक है, जिन्होंने जथेदार नियुक्त किए तो उन्होंने पहाड़ियां ते जंगलों में पैंदे पिंडां की राखी के निर्देश दिता गया। ठीक है, जिन्होंने सरबत खालसा नियुक्त किया गया इन्होंने की जिम्मेदारियां सौंपियां गई, इन्होंने जथेदार नियुक्त किया गया, तो इन्होंने पहाड़ियां के जिहड़े इलाके से जंगलों में पैंदे पिंड से उन्होंने राखी के लिए निर्देश दिते गए। ठीक है, उस समय की सी उस टाइम जो लाहौर का सूबेदार से अब्दुस शामद खान से कदों तो कदों तक रहा सी 1713 तो लेके 1726 तक वो उत्थों का सूबेदार रहा सी। ठीक है, तो अब्दुस शामद खान तो बाद उसका पुत्र जकरिया खान। ठीक है, अब्दुस शामद खान की मौत हो जाती है, तो उस तो बाद कि उसका पुत्र जिहड़ा वो जकरिया खान
ਉਹ ਲਾਹੌਰ ਦਾ ਸੂਬੇਦਾਰ ਬਣਦਾ ਹੈ। ਠੀਕ ਹੈ, ਉਹ ਫਿਰ ਜ਼ਕਰੀਆ ਖਾਨ ਨੇ ਜਿਹੜਾ ਉਹ ਕਦੋਂ ਤੋਂ ਕਦੋਂ ਤੱਕ ਗੁਰਗੱਦੀ ਤੇ ਰਹਿੰਦਾ ਹੈ, ਤਾਂ ਉਹ 1726 ਤੋਂ ਲੈ ਕੇ 1745 ਤੇ ਤੱਕ ਲਾਹੌਰ ਦਾ ਸੂਬੇਦਾਰ ਰਹਿੰਦਾ ਹੈ। ਠੀਕ ਹੈ, ਲਾਹੌਰ ਦਾ ਸੂਬੇਦਾਰ ਬਣਦੇ ਹੀ ਜ਼ਕਰੀਆ ਖਾਨ ਨੇ ਸਿੱਖਾਂ ਦਾ ਦਮਨ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਕਾਫੀ ਜ਼ੁਲਮ ਕੀਤੇ। ਕਿਸ ਨੇ? ਜ਼ਕਰੀਆ ਖਾਨ ਨੇ ਸਿੱਖਾਂ ਦੇ ਉੱਪਰ। ਲਾਹੌਰ ਦੇ ਦਿੱਲੀ ਗੇਟ ਤੇ ਕੀ ਹੈ, ਹਜ਼ਾਰਾਂ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ, ਜਿਸ ਕਰਕੇ ਉਸ ਦਾ ਨਾਂ ਸ਼ਹੀਦਗੰਜ ਪੈ ਗਿਆ। ਠੀਕ ਹੈ, ਲਾਹੌਰ ਦੇ ਦਿੱਲੀ ਗੇਟ ਨੂੰ ਆਪਾਂ ਕਿਸੇ ਨਾਮ ਨਾਲ ਜਾਣਦੇ ਹਾਂ, ਸ਼ਹੀਦਗੰਜ ਦੇ ਨਾਲ। ਠੀਕ ਹੈ, ਕਿਸ ਨੇ ਸ਼ਹੀਦ ਕੀਤਾ ਸੀ ਉੱਥੇ? ਜ਼ਕਰੀਆ ਖਾਨ ਨੇ ਸਿੱਖਾਂ ਨੂੰ ਕਾਫੀ ਮਾਤਰਾ ਦੇ ਵਿੱਚ ਉੱਥੇ ਸ਼ਹੀਦ ਕੀਤਾ ਸੀ। ਠੀਕ ਹੈ, ਜ਼ਕਰੀਆ ਖਾਨ ਨੇ ਜਿਹਾਦ ਦਾ ਨਾਰਾ ਵੀ ਦਿੱਤਾ। ਠੀਕ ਹੈ, ਜਿਹਾਦ ਦਾ ਨਾਰਾ ਕਿਸ ਨੇ ਦਿੱਤਾ ਸੀ? ਜ਼ਕਰੀਆ ਖਾਨ ਨੇ ਦਿੱਤਾ ਸੀ। ਠੀਕ ਹੈ, ਇੱਕ ਮੁਸਲਿਮ ਨੇਤਾ ਇਨਾਇਤ ਉੱਲਾ ਖਾਨ ਨੇ ਹੈਦਰੀ ਝੰਡਾ ਲਗਾ ਕੇ ਉਸ ਦੇ ਅਧੀਨ ਆ ਕੇ ਮੁਸਲਮਾਨਾਂ ਨੂੰ ਸਿੱਖਾਂ ਖਿਲਾਫ ਲੜਨ ਦੀ ਨੀਤੀ ਬਣਾਈ। ਠੀਕ ਹੈ, हैदरी झंडा लगा के किसने किया सी? मुस्लिम नेता इनायत उल्ला खान ने। ਇਹ ਵੀ ਯਾਦ ਰੱਖਣਾ ਤੁਸੀਂ। ਠੀਕ ਹੈ, ਤਾਂ ਉਸ ਤੋਂ ਬਾਅਦ 1733 ਈਸਵੀ ਦੇ ਵਿੱਚ ਲਾਹੌਰ ਦੇ ਮੁਗਲ ਸੂਬੇਦਾਰ ਜ਼ਕਰੀਆ ਖਾਨ ਨੇ ਸਿੱਖਾਂ ਨਾਲ ਸਮਝੌਤਾ ਕਰਨ ਦੀ ਸੋਚੀ। ਕਦੋਂ? 1733 ਦੇ ਵਿੱਚ ਉਸਨੇ ਸਿੱਖਾਂ ਨੂੰ ਜ਼ਗੀਰ ਅਤੇ ਉਹਨਾਂ ਦੇ ਮੁਖੀਆਂ ਨੂੰ ਨਵਾਬ ਦੀ ਉਪਾਧੀ ਦੀ ਪੇਸ਼ਕਸ਼ ਕੀਤੀ। ਮਤਲਬ ਕਿ ਜਦੋਂ ਸੋਚਿਆ ਕਿ ਉਹਨਾਂ ਦੇ ਵਿੱਚ ਸਮਝੌਤਾ ਹੋਇਆ ਸਿੱਖਾਂ ਦੇ ਜ਼ਕਰੀਆ ਖਾਨ ਦੇ ਵਿੱਚ, ਤਾਂ ਸਿੱਖਾਂ ਦੇ ਇੱਕ ਬੰਦੇ ਨੂੰ ਕੀ ਹੈ, ਜ਼ਗੀਰ ਦੇਣ ਦੀ ਸੋਚੀ ਅਤੇ ਉਹਨਾਂ ਦੇ ਵਿੱਚੋਂ ਉਹਨਾਂ ਦੇ ਇੱਕ ਮੁਖੀ ਨੂੰ ਨਵਾਬ ਦੀ ਉਪਾਧੀ ਦੇਣ ਦੀ ਪੇਸ਼ਕਸ਼ ਕੀਤੀ। ਠੀਕ ਹੈ, ਤਾਂ ਸਰਬੱਤ ਖਾਲਸਾ ਦੇ ਵੱਲੋਂ ਕਪੂਰ ਸਿੰਘ ਨੂੰ ਕੀ ਹੈ, ਕਪੂਰ ਸਿੰਘ ਨੂੰ ਇਸ ਦਾ ਮੁਖੀ ਥਾਪਿਆ ਜਾਂਦਾ ਹੈ। ਠੀਕ ਹੈ, ਅਤੇ ਨਵਾਬ ਦੀ ਉਪਾਧੀ ਦਿੱਤੀ ਜਾਂਦੀ ਹੈ, ਨਵਾਬ ਕਪੂਰ ਸਿੰਘ। ਤਾਂ ਹੀ ਆਪਾਂ ਬੋਲਦੇ ਨਵਾਬ ਕਪੂਰ ਸਿੰਘ। ਤਾਂ ਨਵਾਬ ਕਪੂਰ ਸਿੰਘ ਕੌਣ ਸੀ? ਇਹਨਾਂ ਨੂੰ ਜ਼ਕਰੀਆ ਖਾਨ ਦੁਆਰਾ ਉਪਾਧੀ ਦਿੱਤੀ ਗਈ ਸੀ। ਠੀਕ ਹੈ, ਕਿਸ ਦੀ? ਨਵਾਬ ਦੀ। ਤਾਂ ਇਹ ਯਾਦ ਰੱਖਣਾ ਠੀਕ ਹੈ, ਕਿਸ ਦੁਆਰਾ ਉਪਾਧੀ ਦਿੱਤੀ ਗਈ ਸੀ? ਜ਼ਕਰੀਆ ਖਾਨ ਦੁਆਰਾ। ਠੀਕ ਹੈ, ਇਸੇ ਕਾਰਨ ਉਹਨਾਂ ਨੂੰ ਅੱਜ ਦਾ ਨਵਾਂ ਕਪੂਰ ਸਿੰਘ ਦਾ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ। ਠੀਕ ਹੈ, ਇੱਥੋਂ ਤੱਕ ਆਪਣਾ ਕਲੀਅਰ ਹੈ। ਠੀਕ ਹੈ, ਉਸ ਤੋਂ ਬਾਅਦ ਕੀ ਹੁੰਦਾ ਹੈ? ਉਸ ਤੋਂ ਬਾਅਦ ਜਿਹੜੇ ਸਿੱਖ ਨੇ, ਤਾਂ ਨਵਾਬ ਕਪੂਰ ਸਿੰਘ ਜਦੋਂ ਨਵਾਬ ਬਣ ਜਾਂਦੇ ਨੇ, ਤਾਂ ਉਸ ਦੁਆਰਾ ਕੀ ਹੈ, ਸੈਨਾ ਨੂੰ ਅੱਗੇ ਵੀ ਕਈ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ। ਠੀਕ ਹੈ, ਉਹ ਦੇਖਦੇ ਆਪਾਂ ਉਹਨਾਂ ਨੂੰ ਬੁੱਢਾ ਦਲ ਤੇ ਤਰੁਣਾ ਦਲ। ਤਾਂ ਨਵਾਬ ਕਪੂਰ ਸਿੰਘ ਨੇ ਸੰਪੂਰਨ ਸਿੱਖ ਸੈਨਾ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਸੀ। ਕਿਹੜੀਆਂ? ਬੁੱਢਾ ਦਲ ਅਤੇ ਤਰੁਣਾ ਦਲ। ਤਾਂ ਬੁੱਢਾ ਦਲ ਤੇ ਤਰੁਣਾ ਦਲ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ। ਠੀਕ ਹੈ, ਬੁੱਢਾ ਦਲ ਦੇ ਵਿੱਚ ਕੀ ਸੀ? 40 ਸਾਲ ਤੋਂ ਵੱਧ ਉਮਰ ਦੇ, ਅਤੇ ਤਰੁਣਾ ਦਲ ਵਿੱਚ ਨੌਜਵਾਨ ਫੌਜੀ ਸੀ। ਠੀਕ ਹੈ, ਦੋ ਭਾਗਾਂ ਦੇ ਵਿੱਚ ਵੰਡਿਆ ਸੀ ਬੁੱਢਾ ਦਲ ਤੇ ਤਰੁਣਾ ਦਲ। ਠੀਕ ਹੈ, ਬੁੱਢਾ ਦਲ ਤੋਂ ਆਪਾਂ ਨੂੰ ਸਾਫ਼ ਸਾਬਿਤ ਹੋ ਜਾਂਦਾ ਕਿ ਇਸ ਵਿੱਚ 40 ਸਾਲ ਤੋਂ ਵੱਧ ਉਮਰ ਵਾਲੇ, ਤੇ ਤਰੁਣਾ ਦਲ ਦੇ ਵਿੱਚ ਨੌਜਵਾਨ ਫੌਜੀ ਸ਼ਾਮਲ ਕੀਤੇ ਗਏ। ਠੀਕ ਹੈ, ਬੁੱਢਾ ਦਲ ਦਾ ਜਿਹੜਾ ਕਾਰਜ ਸੀ ਉਹ ਗੁਰਦੁਆਰਿਆਂ ਦੀ ਸਾਂਭ ਸੰਭਾਲ ਦੇ ਨਾਲ ਨਾਲ ਤਰੁਣਾ ਦਲ ਨੂੰ ਸਹੀ ਅਗਵਾਈ ਅਤੇ ਸਿਖਲਾਈ ਦੇਣਾ ਸੀ। ਠੀਕ ਹੈ, ਤਾਂ ਤਰੁਣਾ ਦਲ ਦਾ ਜਿਹੜਾ ਕੰਮ ਸੀ ਉਹ ਫੌਜੀ ਹਮਲਿਆਂ ਨਾਲ ਨਜਿੱਠਣਾ ਸੀ। ਠੀਕ ਹੈ, ਜਿਹੜੇ ਜਵਾਨ ਸੀ, ਸਾਰੇ ਜਵਾਨ, ਉਹਨਾਂ ਦਾ ਕੀ ਕੰਮ ਸੀ? ਉਹਨਾਂ ਦਾ ਜਿਹੜੇ ਫੌਜੀ ਹਮਲੇ ਹੋਣੇ ਨੇ ਉਹਨਾਂ ਦੇ ਨਾਲ ਨਜਿੱਠਣਾ ਸੀ। ਠੀਕ ਹੈ, ਪਰ 1735 ਈਸਵੀ ਦੇ ਵਿੱਚ ਜ਼ਕਰੀਆ ਖਾਨ ਨੇ ਸਾਰੀ ਜ਼ਗੀਰਾਂ ਜ਼ਬਤ ਕਰ ਲਈਆਂ। ਪਹਿਲਾਂ ਤਾਂ ਉਹਨਾਂ ਦੇ ਵਿੱਚ ਇੱਕ ਸੰਧੀ ਹੋ ਜਾਂਦੀ, ਸਮਝੌਤਾ ਹੋ ਜਾਂਦਾ, ਬਟ ਅੱਗੇ ਜਾ ਕੇ ਟਾਈਮ ਟੂ ਟਾਈਮ 1735 ਦੇ ਵਿੱਚ ਜ਼ਕਰੀਆ ਖਾਨ ਦੁਆਰਾ ਜਿਹੜੇ ਸਮਝੌਤੇ ਕੀਤੇ ਜਾਂਦੇ ਨੇ, ਠੀਕ ਹੈ, ਜਿਹੜੀਆਂ ਜ਼ਗੀਰਾਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ, ਨਵਾਬਾਂ ਦੀਆਂ ਉਪਾਧੀਆਂ ਦਿੱਤੀਆਂ ਜਾਂਦੀਆਂ, ਕੀ ਉਸ ਨੂੰ ਸਾਰੀਆਂ ਚੀਜ਼ਾਂ ਨੂੰ ਉਹ ਕੀ ਹੈ, ਜ਼ਬਤ ਕਰ ਲੈਂਦਾ ਹੈ। ਕਦੋਂ? 1735 ਈਸਵੀ ਦੇ ਵਿੱਚ। ਤਾਂ ਭਾਈ ਮਨੀ ਸਿੰਘ ਦੀ ਸ਼ਹਾਦਤ। ਤਾਂ ਭਾਈ ਮਨੀ ਸਿੰਘ ਦੀ ਸ਼ਹਾਦਤ ਕਿਵੇਂ ਹੁੰਦੀ ਹੈ? ਤਾਂ ਭਾਈ ਮਨੀ ਸਿੰਘ 1721 ਤੋਂ ਹੀ ਹਰਮੰਦਰ ਸਾਹਿਬ ਦੇ ਮੁਖੀ ਗ੍ਰੰਥੀ ਚਲੇ ਆ ਰਹੇ ਨੇ। ਠੀਕ ਹੈ, 1701 ਸੀ ਉਹ ਹਰਮੰਦਰ ਸਾਹਿਬ ਦੀ ਰਾਖੀ ਕਰ ਰਹੇ ਸੀ ਤੇ ਗ੍ਰੰਥੀ ਜੀ ਉੱਥੋਂ ਦੇ। ਠੀਕ ਹੈ, ਤਾਂ ਭਾਈ ਮਨੀ ਸਿੰਘ ਨੇ ਜ਼ਕਰੀਆ ਖਾਨ ਤੋਂ ਦੀਵਾਲੀ ਦੇ ਮੌਕੇ ਤੇ ਹਰਮੰਦਰ ਸਾਹਿਬ ਵਿੱਚ ਸਿੱਖਾਂ ਦੇ ਇਕੱਠੇ ਹੋਣ ਦੀ ਇਜਾਜ਼ਤ ਮੰਗੀ। ਮਤਲਬ ਕਿ ਜਦੋਂ ਹਰਮੰਦਰ ਸਾਹਿਬ ਦੇ ਵਿਸਾਖੀ ਦੇ ਦੀਵਾਲੀ ਦੇ ਮੌਕੇ ਦੇ ਵਿੱਚ ਕਾਫੀ ਮਾਤਰਾ ਵਿੱਚ ਸਿੱਖ ਸੰਗਤ ਇਕੱਠੀ ਹੁੰਦੀ ਸੀ, ਤਾਂ ਇਸ ਲਈ ਉਸਨੇ ਜ਼ਕਰੀਆ ਖਾਨ ਤੋਂ ਕੀ ਹੈ, ਇਸ ਚੀਜ਼ ਦੀ ਇਜਾਜ਼ਤ ਮੰਗੀ। ਤਾਂ ਜ਼ਕਰੀਆ ਖਾਨ ਨੇ 5000 ਰੁਪਏ ਦੀ ਮੰਗ ਰੱਖੀ। ਮਤਲਬ ਕਿ ਜੇਕਰ ਤੁਸੀਂ 5000 ਰੁਪਇਆ ਦਓਗੇ ਤਾਂ ਹੀ ਤੁਸੀਂ ਉੱਥੇ ਸਿੱਖ ਸੰਗਤਾਂ ਨੂੰ ਇਕੱਠੇ ਕਰ ਸਕਦੇ ਹੋ। ਤਾਂ ਭਾਈ ਮਨੀ ਸਿੰਘ ਨੇ ਕੀ ਕੀਤਾ? ਰਕਮ ਦੇਣ ਲਈ ਹਾਮੀ ਭਰ ਲਈ ਸੀ ਉਸ ਟਾਈਮ। ਠੀਕ ਹੈ, ਪਰ ਦੀਵਾਲੀ ਵਾਲੇ ਦਿਨ ਜਦੋਂ ਸੰਗਤਾਂ ਆ ਰਹੀਆਂ ਸਨ ਤਾਂ ਜ਼ਕਰੀਆ ਖਾਨ ਨੇ ਹਮਲਾ ਕਰਕੇ ਕਾਫੀ ਲੋਕਾਂ ਨੂੰ ਸ਼ਹੀਦ ਕਰ ਦਿੱਤਾ। ਮਤਲਬ ਕਿ ਉਹਨਾਂ ਨੇ ਧੋਖਾ ਕਰ ਦਿੱਤਾ ਅਤੇ ਜ਼ਕਰੀਆ ਖਾਨ ਨੇ ਉੱਥੇ ਕਾਫੀ ਮਾਤਰਾ ਦੇ ਵਿੱਚ ਸਿੱਖ ਸੰਗਤਾਂ ਨੂੰ ਸ਼ਹੀਦ ਕੀਤਾ, ਜਿਸ ਕਰਕੇ ਦੀਵਾਲੀ ਨਹੀਂ ਮਨਾਈ ਗਈ। ਠੀਕ ਹੈ, ਇੰਨਾ ਸਭ ਹੋਣ ਤੋਂ ਬਾਅਦ ਵੀ ਜ਼ਕਰੀਆ ਖਾਨ ਨੇ 5000 ਮੰਗੇ ਤਾਂ ਭਾਈ ਮਨੀ ਸਿੰਘ ਨੇ ਇਨਕਾਰ ਕਰਤਾ, ਜਿਸ ਕਰਕੇ ਉਹਨਾਂ ਨੂੰ ਬੰਦੀ ਬਣਾ ਕੇ ਲਾਹੌਰ ਲਿਜਾਇਆ ਗਿਆ ਤੇ ਇਸਲਾਮ ਨਾ ਕਬੂਲਣ ਕਰਕੇ ਸ਼ਹੀਦ ਕਰ ਦਿੱਤਾ ਗਿਆ। ਠੀਕ ਹੈ, ਤਾਂ ਇਹ ਸੀ ਭਾਈ ਮਨੀ ਸਿੰਘ ਦੀ ਸ਼ਹਾਦਤ। ਤਾਂ ਉਸ ਤੋਂ ਬਾਅਦ ਨਾਦਰ ਸ਼ਾਹ ਦਾ ਹਮਲਾ ਹੁੰਦਾ ਹੈ। ਕਦੋਂ? 1739 ਦੇ ਵਿੱਚ। ਤਾਂ ਜਿਹੜਾ ਆਪਾਂ ਇਹ ਟੌਪਿਕ ਕਰ ਰਹੇ ਹਾਂ ਇਹ ਸਾਰਾ ਬੰਦਾ ਸਿੰਘ ਬਹਾਦਰ ਦੀ ਮੌਤ ਤੋਂ ਬਾਅਦ ਜੋ ਕੁਝ ਹੋਇਆ ਸੀ ਆਪਾਂ ਉਹ ਕਵਰ ਕਰ ਰਹੇ ਹਾਂ। ਠੀਕ ਹੈ, ਇਹ ਵੀ ਇੰਪੋਰਟੈਂਟ ਹੈ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਠੀਕ ਹੈ, ਤਾਂ ਨਾਦਰ ਸ਼ਾਹ ਦਾ ਹਮਲਾ, ਤਾਂ ਈਰਾਨ ਦਾ ਜਿਹੜਾ ਰਾਜਾ ਸੀ ਨਾਦਰ ਸ਼ਾਹ ਸੀ ਉਹ। ਠੀਕ ਹੈ, ਈਰਾਨ ਦਾ ਰਾਜਾ,
ਉਸਨੇ ਕੀ ਕੀਤਾ, ਦਿੱਲੀ ਤੇ ਹਮਲਾ ਕੀਤਾ ਅਤੇ ਕਰਨਾਲ ਦੀ ਲੜਾਈ ਹੁੰਦੀ ਹੈ, ਠੀਕ ਹੈ। ਦਿੱਲੀ ਤੇ ਹਮਲਾ ਕਰਦਾ ਹੈ ਤੇ ਕਰਨਾਲ ਦੀ ਲੜਾਈ ਹੁੰਦੀ ਹੈ, ਠੀਕ ਹੈ। ਨਾਦਰ ਸ਼ਾਹ ਜਿਹੜਾ ਉਹ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਨੂੰ ਹਰਾ ਕੇ ਮਯੂਰ ਸਿੰਘਾਸਨ ਅਤੇ ਕੋਹਿਨੂਰ ਹੀਰਾ ਲੈ ਜਾਂਦਾ ਹੈ, ਠੀਕ ਹੈ। ਉਸ ਟਾਈਮ ਜਿਹੜਾ ਕੋਹਿਨੂਰ ਹੀਰਾ ਸੀ ਉਹ ਕਿਸ ਕੋਲ ਸੀ, ਉਹ ਸੀ ਬਾਦਸ਼ਾਹ ਮੁਹੰਮਦ ਸ਼ਾਹ ਕੋਲ, ਠੀਕ ਹੈ। ਕੌਣ ਲੈ ਜਾਂਦਾ ਹੈ, ਉਹ ਨਾਦਰ ਸ਼ਾਹ ਲੈ ਜਾਂਦਾ ਹੈ ਉਸ ਨੂੰ ਹਰਾ ਕੇ, ਜਿਹੜਾ ਇੱਕ ਮਯੂਰ ਸਿੰਘਾਸਨ ਸੀ ਤੇ ਇੱਕ ਕੋਹਿਨੂਰ ਹੀਰਾ ਸੀ, ਠੀਕ ਹੈ। ਵਾਪਸੀ ਸਮੇਂ ਕੀ ਹੁੰਦਾ ਹੈ, ਤਾਂ ਜਦੋਂ ਉਹ ਹੀਰਾ ਦੇ ਕੋਲ ਮਯੂਰ ਸਿੰਘਾਸਨ ਲੈ ਕੇ ਜਾ ਰਿਹਾ ਸੀ ਤਾਂ ਵਾਪਸੀ ਸਮੇਂ ਸਿੱਖ ਸੈਨਾ ਕੀ ਉਸ ਤੇ ਅਚਾਨਕ ਹਮਲਾ ਕਰ ਲੈਂਦੀ ਹੈ, ਉਸ ਤੇ ਲੁੱਟ ਖਸੁੱਟ ਕਰ ਲੈਂਦੀ ਹੈ। ਮਤਲਬ ਕਿ ਜਿੰਨਾ ਵੀ ਉਹਨਾਂ ਨੇ ਉੱਥੋਂ ਕੋਹਿਨੂਰ ਹੀਰਾ ਹੋ ਗਿਆ, ਮਯੂਰ ਸਿੰਘਾਸਨ ਜਾਂ ਕੁਝ ਵੀ ਉਹਨਾਂ ਦਾ ਸੋਨਾ ਚਾਂਦੀ ਹੋ ਗਿਆ, ਸਾਰਾ ਕੁਝ ਲੁੱਟ ਖਸੁੱਟ ਕਰ ਲੈਂਦੇ ਨੇ, ਠੀਕ ਹੈ। ਜਦੋਂ ਨਾਦਰ ਸ਼ਾਹ ਨੂੰ ਇਸ ਚੀਜ਼ ਦਾ ਪਤਾ ਲੱਗਦਾ ਤਾਂ ਨਾਦਰ ਸ਼ਾਹ ਜਿਹੜਾ ਅੱਗੇ ਜ਼ਕਰੀਆ ਖਾਨ ਸੀ ਲਾਹੌਰ ਦਾ, ਠੀਕ ਹੈ, ਨਵਾਬ, ਠੀਕ ਹੈ, ਲਾਹੌਰ ਦਾ ਸੂਬੇਦਾਰ, ਤਾਂ ਜ਼ਕਰੀਆ ਖਾਨ ਨੂੰ ਕਿਉਂ ਚੇਤਾਵਨੀ ਦਿੰਦਾ ਕਿ ਜੇਕਰ ਉਸਨੇ ਸਿੱਖ ਸੈਨਾ ਨੂੰ ਖਤਮ ਨਾ ਕੀਤਾ ਤਾਂ ਇੱਕ ਦਿਨ ਉਹ ਉਸਦਾ ਰਾਜ ਭਾਗ ਖੋਹ ਲੈਣਗੇ। ਤਾਂ ਕੀ ਇਹ ਉਹ ਜ਼ਕਰੀਆ ਖਾਨ ਹੈ ਜਿਹੜਾ ਉਹ ਨਾਦਰ ਸ਼ਾਹ ਦੀ ਜਿਹੜੀ ਚੇਤਾਵਨੀ ਤੋਂ ਹੈ ਕਾਫੀ ਜ਼ਿਆਦਾ ਪ੍ਰਭਾਵਿਤ, ਮਤਲਬ ਕਿ ਡਰ ਜਾਂਦਾ ਹੈ ਉਹ, ਠੀਕ ਹੈ। ਤਾਂ ਜ਼ਕਰੀਆ ਖਾਨ ਨੇ ਆਪਣੇ ਜ਼ੁਲਮ ਹੋਰ ਜ਼ਿਆਦਾ ਕਰ ਦਿੱਤੇ, ਠੀਕ ਹੈ। ਜਦੋਂ ਨਾਦਰ ਸ਼ਾਹ ਨੇ ਉਸ ਨੂੰ ਧਮਕੀ ਦਿੱਤੀ ਕਿ ਮੈਂ ਤੇਰਾ ਜਿੰਨਾ ਵੀ ਤੇਰਾ ਸਾਰਾ ਰਾਜ ਉਹ ਮੈਂ ਖਤਮ ਕਰ ਦੇਵਾਂਗਾ ਅਗਰ ਤੈਂ ਸਿੱਖਾਂ ਨੂੰ ਖਤਮ ਨਹੀਂ ਕੀਤਾ, ਤਾਂ ਇਸ ਡਰ ਦੇ ਮਾਰੇ ਕੀ ਉਸਨੇ ਜ਼ਕਰੀਆ ਖਾਨ ਨੇ ਆਪਣਾ ਜ਼ੁਲਮ ਹੋਰ ਜ਼ਿਆਦਾ ਕਰ ਦਿੱਤਾ ਤੇ ਹਜ਼ਾਰਾਂ ਸਿੱਖਾਂ ਨੂੰ ਸ਼ਹੀਦ ਕਰਵਾ ਦਿੱਤਾ, ਠੀਕ ਹੈ। ਉਸਨੇ ਖਾਲਸਾ ਦੁਆਰਾ ਬਣਾਈ ਜਿਹੜੀ ਚੱਲਵਾਲ ਕੱਚੀ ਗੜੀ ਹੈ ਉਸ ਨੂੰ ਵੀ ਢਾਹ ਦਿੱਤਾ, ਠੀਕ ਹੈ। ਚੱਲਵਾਲ ਕੱਚੀ ਗੜੀ ਨੂੰ ਕੀ ਢਾਹ ਦਿੱਤਾ, ਠੀਕ ਹੈ। ਲਾਹੌਰ ਦੀ ਜਿਹੜੀ ਘੋੜਾ ਮੰਡੀ ਸੀ ਜਿਸ ਨੂੰ ਅੱਜ ਆਪਾਂ ਸ਼ਹੀਦਗੰਜ ਦੇ ਨਾਮ ਨਾਲ ਜਾਣਦੇ ਹਾਂ, ਵਿਖੇ ਉੱਥੇ ਵੀ ਹਜ਼ਾਰਾਂ ਸਿੱਖਾਂ ਦੇ ਸਿਰ ਜ਼ਕਰੀਆ ਖਾਨ ਦੇ ਹੁਕਮ ਤੇ ਵੱਢ ਦਿੱਤੇ ਗਏ, ਠੀਕ ਹੈ। ਭਾਈ ਬੋਤਾ ਸਿੰਘ ਨੂੰ ਸ਼ਹੀਦ ਕੀਤਾ ਗਿਆ, ਠੀਕ ਹੈ। ਭਾਈ ਤਾਰੂ ਸਿੰਘ ਨੂੰ 1745 ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ। ਮਤਲਬ ਕਿ ਬਹੁਤ ਜ਼ੁਲਮ ਕੀਤੇ ਗਏ ਕਿਸ ਦੁਆਰਾ, ਜ਼ਕਰੀਆ ਖਾਨ ਦੁਆਰਾ, ਠੀਕ ਹੈ। ਅੱਗੇ ਇੱਕ ਬਾਲ ਹਕੀਕਤ ਰਾਏ ਸੀ, ਉਹਨਾਂ ਦੀ ਸ਼ਹਾਦਤ ਵੀ ਹੁੰਦੀ ਹੈ ਇਸ ਦੇ ਵਿੱਚ ਇਸ ਟਾਈਮ ਟੂ ਟਾਈਮ, ਠੀਕ ਹੈ। ਤਾਂ ਬਾਲ ਹਕੀਕਤ ਰਾਏ ਕੌਣ ਸੀ, ਉਹ ਸੀ ਸਿਆਲਕੋਟ ਦੇ ਰਹਿਣ ਵਾਲੇ ਸੀ ਬਾਲ ਹਕੀਕਤ ਰਾਏ। ਤਾਂ ਉਹਨਾਂ ਦੀ ਸ਼ਹਾਦਤ ਕਿਉਂ ਹੁੰਦੀ ਹੈ, ਕਿਉਂ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ, ਤਾਂ ਮਦਰਸੇ ਦੇ ਵਿੱਚ ਕੀ ਉਹ ਪੜ੍ਹਦੇ ਸੀ, ਪੜ੍ਹਦੇ ਸਮੇਂ ਕੁਝ ਜਿਹੜੇ ਮੁਸਲਮਾਨ ਬੱਚਿਆਂ ਨੇ ਕੀ ਹਿੰਦੂ ਦੇਵੀ ਦੇਵਤਿਆਂ ਬਾਰੇ ਕੁਝ ਗਲਤ ਟਿੱਪਣੀ ਕੀਤੀ ਸੀ, ਠੀਕ ਹੈ। ਤਾਂ ਉਸਨੇ ਵਿਰੋਧ ਜ਼ਾਹਿਰ ਕੀਤਾ ਤੇ ਕਿਹਾ ਕਿ ਜੇ ਇਹ ਸਭ ਕੁਝ ਮੈਂ ਜਿਹੜੇ ਤੁਹਾਡੇ ਹਜ਼ਰਤ ਮੁਹੰਮਦ ਜਾਂ ਬੀਬੀ ਫਾਤਿਮਾ ਨੇ ਜਿਹੜੇ ਉਹਨਾਂ ਨੂੰ ਗੁਰੂ ਮੰਨਦੇ ਨੇ, ਠੀਕ ਹੈ, ਜੇ ਉਹਨਾਂ ਨੂੰ ਮੈਂ ਕੁਝ ਬੁਰਾ ਭਲਾ ਕਹਾਂ ਤਾਂ ਤੁਹਾਨੂੰ ਕਿਵੇਂ ਦਾ ਲੱਗੇਗਾ। ਤਾਂ ਜਿਹੜੀ ਏਡੀ ਗੱਲ ਤੇ ਕੀ ਹੈ ਮੁਸਲਮਾਨ ਬੱਚੇ ਨੇ ਕੀ ਹੈ ਮੌਲਵੀ ਨੂੰ ਸ਼ਿਕਾਇਤ ਕਰ, ਜਿਹੜਾ ਉੱਥੋਂ ਦਾ ਮੌਲਵੀ ਸੀ ਤਾਂ ਉੱਥੋਂ ਸ਼ਿਕਾਇਤ ਕਰ ਦਿੱਤੀ। ਤਾਂ ਮੌਲਵੀ ਨੇ ਕੀ ਇਸਲਾਮ ਦਾ ਅਪਮਾਨ ਸਮਝ ਕੇ ਉਸ ਤੇ ਮੁਕੱਦਮਾ ਚਲਾ ਦਿੱਤਾ ਅਤੇ ਉਸ ਨੂੰ ਕੀ ਹੈ ਮੁਸਲਮਾਨ ਬਣਨ ਲਈ ਕਿਹਾ ਗਿਆ। ਬਟ ਮੁਸਲਮਾਨ ਨਾ ਬਣਨ ਕਰਕੇ ਜ਼ਕਰੀਆ ਖਾਨ ਦੇ ਹੁਕਮ ਤੇ ਉਸ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ, ਠੀਕ ਹੈ। ਬਾਲ ਹਕੀਕਤ ਰਾਏ ਨੂੰ ਵੀ ਜ਼ਕਰੀਆ ਖਾਨ ਦੁਆਰਾ ਸ਼ਹੀਦ ਕਰ ਦਿੱਤਾ ਗਿਆ ਸੀ, ਠੀਕ ਹੈ। ਤਾਂ ਉਸ ਤੋਂ ਬਾਅਦ ਯਹੀਆ ਖਾਨ ਆਉਂਦਾ ਹੈ। ਤਾਂ ਯਹੀਆ ਖਾਨ ਕਦੋਂ ਆਉਂਦਾ ਹੈ, ਤਾਂ ਉਹ ਆਉਂਦਾ 1746 ਤੋਂ 1747 ਦੇ ਵਿੱਚ। ਤਾਂ 1745 ਦੇ ਵਿੱਚ ਜ਼ਕਰੀਆ ਖਾਨ ਦੀ ਮੌਤ ਹੋ ਜਾਂਦੀ ਹੈ, ਠੀਕ ਹੈ। 1745 ਤੱਕ ਹੀ ਉਹ ਸੂਬੇਦਾਰ ਰਹਿੰਦਾ ਤਾਂ 1745 ਦੇ ਵਿੱਚ ਉਸਦੀ ਮੌਤ ਹੋ ਜਾਂਦੀ ਹੈ। ਤਾਂ ਉਸਦੀ ਮੌਤ ਤੋਂ ਬਾਅਦ ਜਿਹੜਾ ਜ਼ਕਰੀਆ ਖਾਨ ਦਾ ਪੁੱਤਰ ਕੌਣ ਹੈ, ਯਹੀਆ ਖਾਨ। ਜ਼ਕਰੀਆ ਖਾਨ ਦਾ ਪੁੱਤਰ ਯਹੀਆ ਖਾਨ ਕੀ ਹੈ, ਉਹ ਲਾਹੌਰ ਦਾ ਸੂਬੇਦਾਰ ਬਣਦਾ ਹੈ, ਠੀਕ ਹੈ। ਲਾਹੌਰ ਦਾ ਸੂਬੇਦਾਰ ਬਣਦਾ ਹੈ ਦਿੱਲੀ ਦੇ ਵਜ਼ੀਰ ਕਮਰੂਦੀਨ ਦੀ ਮਦਦ ਨਾਲ। ਇਹ ਵੀ ਤੁਸੀਂ ਯਾਦ ਰੱਖਣਾ, ਠੀਕ ਹੈ। ਤੁਸੀਂ ਅੱਗੇ ਤੋਂ ਅੱਗੇ ਇਹਨਾਂ ਦੇ ਪੀੜ੍ਹੀਆਂ ਜ਼ਰੂਰ ਯਾਦ ਰੱਖਣੀਆਂ ਨੇ ਕਿ ਕੌਣ ਕਿਸ ਦਾ ਪੁੱਤਰ ਸੀ। ਜਿਵੇਂ ਜ਼ਕਰੀਆ ਖਾਨ ਹੋ ਗਿਆ, ਜ਼ਕਰੀਆ ਖਾਨ ਤੋਂ ਅੱਗੇ ਕੌਣ ਹੈ, ਯਹੀਆ ਖਾਨ ਉਹਦਾ ਪੁੱਤਰ ਹੋ ਗਿਆ, ਠੀਕ ਹੈ। ਅੱਗੇ ਤੋਂ ਅੱਗੇ ਇਹਨਾਂ ਦੀ ਪੀੜ੍ਹੀ ਦਰ ਪੀੜ੍ਹੀ ਹੀ ਇਹ ਸੂਬੇਦਾਰ ਨਿਯੁਕਤ ਕੀਤੇ ਗਏ ਸੀ। ਤਾਂ ਤੁਸੀਂ ਇਹ ਚੰਗੀ ਤਰ੍ਹਾਂ ਯਾਦ ਰੱਖਣੇ ਨੇ, ਠੀਕ ਹੈ। ਤਾਂ ਅੱਗੇ ਜਸਪਤ ਰਾਏ ਦੀ ਮੌਤ। ਤਾਂ ਜਸਪਤ ਰਾਏ ਕੌਣ ਸੀ, ਉਹ ਸੀ ਏਮੀਨਾਬਾਦ ਦਾ ਫੌਜਦਾਰ ਸੀ ਜਸਪਤ ਰਾਏ ਅਤੇ ਲਾਹੌਰ ਦੇ ਦੀਵਾਨ ਲਖਪਤ ਰਾਏ ਦਾ ਭਰਾ ਸੀ। ਜਿਹੜਾ ਲਾਹੌਰ ਦਾ ਦੀਵਾਨ ਸੀ ਲਖਪਤ ਰਾਏ ਉਸਦਾ ਭਰਾ ਸੀ ਜਸਪਤ ਰਾਏ, ਠੀਕ ਹੈ। ਤਾਂ 1746 ਦੇ ਵਿੱਚ ਸਿੱਖਾਂ ਦੇ ਇੱਕ ਜੱਥੇ ਨੇ ਗੋਂਦੜਾਵਾਲਾ ਪਿੰਡ ਦੇ ਵਿੱਚ ਬਹੁਤ ਸਾਰੀ ਭੇਡ ਬੱਕਰੀਆਂ ਨੂੰ ਫੜ ਰੱਖਿਆ ਸੀ, ਠੀਕ ਹੈ। ਤਾਂ ਲੋਕਾਂ ਨੇ ਜਸਪਤ ਰਾਏ ਨੂੰ ਸ਼ਿਕਾਇਤ ਕੀਤੀ ਤਾਂ ਜਸਪਤ ਰਾਏ ਸਿੱਖਾਂ ਨੂੰ ਮਿਲਣ ਲਈ ਗਿਆ। ਤਾਂ ਜਸਪਤ ਰਾਏ ਤੇ ਸਿੱਖਾਂ ਤੇ ਹਮਲਾ ਕਰ ਦਿੱਤਾ ਤੇ ਉਹ ਮਾਰਿਆ ਗਿਆ। ਮਤਲਬ ਕਿ ਉਹ ਸਿੱਖਾਂ ਨੂੰ ਮਿਲਣ ਲਈ ਗਿਆ ਸੀ ਤਾਂ ਸਿੱਖਾਂ ਨੇ ਉਹਨਾਂ ਨੂੰ ਕੀ ਹੈ ਮੌਤ ਦੇ ਘਾਟ ਉਤਾਰ ਦਿੱਤਾ, ਠੀਕ ਹੈ। ਤਾਂ ਯਹੀਆ ਖਾਨ ਤੇ ਜਿਹੜੇ ਲਖਪਤ ਰਾਏ ਸੀ, ਠੀਕ ਹੈ। ਯਹੀਆ ਖਾਨ ਕੌਣ ਸੀ, ਜਿਹੜਾ ਯਹੀਆ ਖਾਨ ਕੌਣ ਸੀ, ਉਹ ਲਾਹੌਰ ਦਾ ਸੂਬੇਦਾਰ ਸੀ, ਠੀਕ ਹੈ। ਤੇ ਜ਼ਕਰੀਆ ਲਖਪਤ ਰਾਏ ਕੌਣ ਸੀ, ਉਹ ਜਸਪਤ ਰਾਏ ਦਾ ਭਰਾ ਸੀ। ਉਹ ਉਹਨਾਂ ਤੋਂ ਬਦਲਾ ਲੈਣ ਦੀ ਸੋਚੀ ਜਿਹੜੇ ਸਿੱਖਾਂ ਨੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ। ਤਾਂ ਉਸ ਤੋਂ ਬਾਅਦ ਕੀ ਹੋਇਆ, ਘੱਲੂਘਾਰਾ ਹੁੰਦਾ ਹੈ, ਠੀਕ ਹੈ। ਪਹਿਲਾ ਘੱਲੂਘਾਰਾ ਇਹ ਕਾਫੀ ਇੰਪੋਰਟੈਂਟ ਹੈ ਜਿਸ ਨੂੰ ਆਪਾਂ ਛੋਟੇ ਘੱਲੂਘਾਰੇ ਦੇ ਨਾਮ ਨਾਲ ਵੀ ਜਾਣਦੇ ਹਾਂ, ਠੀਕ ਹੈ। 1746 ਦੇ ਵਿੱਚ ਯਹੀਆ ਖਾਨ ਅਤੇ ਲਖਪਤ ਰਾਏ ਦੀ ਅਗਵਾਈ ਦੇ ਵਿੱਚ ਮੁਗਲ ਸੈਨਾ ਨੇ ਗੁਰਦਾਸਪੁਰ ਦੇ ਨੇੜੇ ਕਾਨੂੰਵਾਲ ਵਿਖੇ ਹਮਲਾ ਕਰਕੇ 7000 ਤੋਂ ਵੱਧ ਸਿੱਖਾਂ ਨੂੰ ਮਾਰ ਦਿੱਤਾ ਅਤੇ ਇਸ ਨੂੰ ਆਪਾਂ ਕਿਸ ਨਾਮ ਨਾਲ ਜਾਣਦੇ ਹਾਂ, ਛੋਟਾ ਘੱਲੂਘਾਰਾ ਦੇ ਨਾਮ ਨਾਲ ਜਾਣਦੇ ਹਾਂ, ਠੀਕ ਹੈ। ਕੀ ਇੱਥੇ 7000 ਤੋਂ ਵੱਧ ਕਿੱਥੇ ਹੋਇਆ ਸੀ, ਗੁਰਦਾਸਪੁਰ ਤੇ ਕਾਨੂੰਵਾਲਾ ਪਿੰਡ ਦੇ ਵਿੱਚ ਇਹ ਹਮਲਾ ਕੀਤਾ ਗਿਆ ਸੀ ਜਿਸ ਦੇ ਵਿੱਚ 7000 ਤੋਂ ਵੱਧ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਜਿਸ ਨੂੰ ਆਪਾਂ ਛੋਟਾ ਘੱਲੂਘਾਰਾ ਦੇ ਨਾਮ ਨਾਲ ਵੀ ਜਾਣਦੇ ਹਾਂ,
ਠੀਕ ਹੈ। ਤਾਂ 1747 ਦੇ ਵਿੱਚ ਯਹੀਆ ਖਾਨ ਨੂੰ ਉਸਦੇ ਛੋਟੇ ਭਰਾ ਸ਼ਹਿਨਵਾਜ਼ ਖਾਨ ਨੇ ਜੇਲ੍ਹ ਵਿੱਚ ਸੁੱਟ ਦਿੰਦਾ ਹੈ। ਠੀਕ ਹੈ, ਯਹੀਆ ਖਾਨ ਹੈਗਾ ਜਿਹੜਾ ਯਹੀਆ ਖਾਨ ਜ਼ਕਰੀਆ ਖਾਨ ਦਾ ਪੁੱਤਰ, ਉਸਦੇ ਜਿਹੜਾ ਇੱਕ ਹੋਰ ਪੁੱਤਰ ਸੀ, ਛੋਟਾ ਪੁੱਤਰ ਸੀ ਜ਼ਕਰੀਆ ਖਾਨ ਦਾ, ਯਹੀਆ ਖਾਨ ਦਾ ਭਰਾ ਸ਼ਹਿਨਵਾਜ਼ ਖਾਨ ਤਾਂ ਉਹ ਕੀ ਕਰਦਾ ਹੈ, ਤਾਂ ਜਿਹੜਾ ਯਹੀਆ ਖਾਨ ਨੂੰ ਜੇਲ੍ਹ ਦੇ ਵਿੱਚ ਸੁੱਟ ਦਿੰਦਾ ਹੈ। ਠੀਕ ਹੈ, ਪੰਜਾਬ ਉੱਤੇ ਅਫਗਾਨਿਸਤਾਨ ਦੇ ਸ਼ਾਸਕ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਵੀ ਸ਼ੁਰੂ ਹੋ ਜਾਂਦੇ ਨੇ। ਉਸ ਤੋਂ ਬਾਅਦ ਕੀ ਹੈ, ਪੰਜਾਬ ਤੇ ਅਫਗਾਨਿਸਤਾਨ ਦਾ ਜਿਹੜਾ ਸ਼ਾਸਕ ਸੀ ਅਹਿਮਦ ਸ਼ਾਹ ਅਬਦਾਲੀ, ਉਹ ਵੀ ਹਮਲੇ ਕਰਨੇ ਸ਼ੁਰੂ ਕਰ ਦਿੰਦਾ ਹੈ। ਤਾਂ ਮੁਗਲਾਂ ਵੱਲੋਂ ਮੀਰ ਮਨੂ ਨੂੰ ਪੰਜਾਬ ਦਾ ਸੂਬੇਦਾਰ ਬਣਾਇਆ ਜਾਂਦਾ ਹੈ। ਠੀਕ ਹੈ, ਤਾਂ ਸੂਬੇਦਾਰ ਕਿਸ ਨੂੰ ਨਿਯੁਕਤ ਕੀਤਾ ਜਾਂਦਾ ਹੈ, ਤਾਂ ਮੀਰ ਮਨੂ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ ਜਾਂਦਾ ਹੈ। ਤੇ ਉਸ ਤੋਂ ਬਾਅਦ ਸਿੱਖ ਕੀ ਕਰਦੇ ਨੇ, ਤਾਂ ਸਿੱਖ ਇਕੱਠੇ ਹੋ ਕੇ ਦਲ ਖਾਲਸਾ ਬਣਾਉਂਦੇ ਨੇ। ਠੀਕ ਹੈ, ਤਾਂ ਦੋਸਤੋ ਇੱਥੋਂ ਤੱਕ ਆਪਣਾ ਦਲ ਖਾਲਸਾ ਹੋ ਗਿਆ। ਠੀਕ ਹੈ, ਦਲ ਖਾਲਸਾ ਤੋਂ ਬਾਅਦ ਹੁਣ ਬੰਦਾ ਸਿੰਘ ਬਹਾਦਰ ਦੀ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ ਇਹ ਸਾਰਾ ਕੁਝ ਹੁੰਦਾ ਹੈ। ਠੀਕ ਹੈ, ਤਾਂ ਉਸ ਤੋਂ ਬਾਅਦ ਸਿੱਖਾਂ ਦੁਆਰਾ ਕੀ ਹੈ, ਦਲ ਖਾਲਸਾ ਦੀ ਵੀ ਸਥਾਪਨਾ ਕੀਤੀ ਜਾਂਦੀ ਹੈ। ਠੀਕ ਹੈ, ਇਹ ਜਿਹੜਾ ਦਲ ਖਾਲਸਾ ਦਾ ਟੌਪਿਕ ਹੈ ਉਹ ਆਪਾਂ ਅਗਲੀ ਕਲਾਸ ਦੇ ਵਿੱਚ ਕਵਰ ਕਰਾਂਗੇ। ਦਲ ਖਾਲਸਾ ਦੇ ਵਿੱਚ ਕੀ ਹੁੰਦਾ ਹੈ, ਉਸ ਤੋਂ ਬਾਅਦ ਕੀ ਕੁਝ ਕੌਣ ਆਉਂਦਾ ਹੈ। ਠੀਕ ਹੈ, ਕਿਸ ਤੇ ਹਮਲੇ ਹੁੰਦੇ ਨੇ। ਠੀਕ ਹੈ, ਅੱਜ ਦਾ ਆਪਣਾ ਚੈਪਟਰ ਇੰਨਾ ਹੀ ਸੀ। ਹੋਪ ਸੋ ਤੁਹਾਨੂੰ ਇਹ ਚੈਪਟਰ ਚੰਗੀ ਤਰ੍ਹਾਂ ਸਮਝ ਆ ਗਿਆ ਹੋਣਾ। ਤੇ ਦੋਸਤੋ ਇਸ ਕਲਾਸ ਦਾ ਜੇਕਰ ਤੁਸੀਂ ਫ੍ਰੀ ਆਫ ਕੋਸਟ PDF ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ WhatsApp ਗਰੁੱਪ ਜਾਂ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ, ਜਿਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ। ਤਾਂ ਚਲੋ ਦੋਸਤੋ, ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ। ਥੈਂਕ ਯੂ ਸੋ ਮੱਚ।